ਗੁਰੂ ਵਾਹਿ 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 ਗੁਰੂ ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰਾਂ ਨੇ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਸਮਝਾਉਂਦੇ ਵੀ ਜੋ ਸਾਡਾ ਸਾਰਿਆਂ ਦਾ ਮਾਤਾ ਪਿਤਾ ਹੈ ਨਿਰੰਕਾਰ ਵਾਹਿਗੁਰੂ, ਸਾਡੇ ਸਾਰੇ ਜੀਵਾਂ ਦੀ ਉਹੀਓ ਸਾਰ ਲੈਂਦ। ਅਸੀਂ ਸਾਰੇ ਉਸ ਮਾਲਕ ਨਿਰੰਕਾਰ ਪਰਮਾਤਮਾ ਦੇ ਬੱਚੇ। ਮਹਾਰਾਜ ਫਰਮਾਉਂਦੇ ਨੇ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਪਰਤ ਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਬਈ ਉਹ ਹਰੀ ਪਰਮਾਤਮਾ ਹੀ ਸਾਡੀ ਸਾਰਿਆਂ ਦੀ ਸਾਰ ਲੈਂਦ, ਸਾਡੀ ਪਾਲਣਾ ਪੋਸ਼ਣਾ ਕਰਦ। ਉਹੀਓ ਸਾਡੀ ਮਾਤਾ ਅਤੇ ਉਹੀਓ ਸਾਡਾ ਪਿਤਾ ਹੈ, ਅਤੇ ਅਸੀਂ ਸਾਰੇ ਉਹਦੇ ਬੱਚੇ। ਮਹਾਰਾਜ ਫਰਮਾਉਂਦੇ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਬਈ ਅਸੀਂ ਤੇਰੇ ਸਾਰੇ ਬੱਚੇ ਹਾਂ, ਤੂੰ ਸਾਡਾ ਮਾਤਾ ਪਿਤਾ। ਹੁਣ ਜੋ ਸਾਡਾ ਮਾਤਾ ਪਿਤਾ ਹੈ, ਵਾਹਿਗੁਰੂ ਗੁਰਬਾਣੀ ਗੁਰੂ ਵਿੱਚ ਸਾਨੂੰ ਉਹਦੀ ਜਾਣ ਪਹਿਚਾਣ ਕਰਾਈ ਹੋਈ। ਕੀ ਹੋ ਗਈ, ਅਸੀਂ ਸਾਡੇ ਮਾਤਾ ਪਿਤਾ ਨੂੰ ਭੁੱਲ ਚੁੱਕੇ। ਸਾਨੂੰ ਨਹੀਂ ਪਤਾ ਵੀ ਸਾਡਾ ਜਨਮਦਾਤਾ ਕੌਣ ਹੈ, ਕਿਹਨੇ ਸਾਨੂੰ ਪੈਦਾ ਕੀਤਾ। ਹੁਣ ਅਸੀਂ ਉਹਨੂੰ ਭੁੱਲ ਚੁੱਕੇ ਹਾਂ, ਅਤੇ ਉਹਦਾ ਫਿਰ ਭੇਦ ਸਾਨੂੰ ਗੁਰਬਾਣੀ ਗੁਰੂ ਵਿੱਚ ਦਿੱਤਾ ਵੀ ਜੋ ਸਾਡਾ ਸਿਰਜਣਹਾਰ ਹੈ, ਜੋ ਸਾਡੀ ਪਾਲਣਾ ਪੋਸ਼ਣਾ ਕਰ ਰਿਹਾ, ਜਿਹਦੇ ਅਸੀਂ ਬੱਚੇ, ਵੀ ਤੁਸੀਂ ਉਹਦੀ ਪਹਿਚਾਣ ਕਰੋ ਅਤੇ ਉਹਦੇ ਸਨਮੁਖ ਹੋਵੋ, ਉਹ ਤੋਂ ਬੇਮੁਖ ਨਾ ਰਹੋ। ਹੁਣ ਉਹਦੇ ਵਾਸਤੇ ਫਿਰ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ, ਸੱਚ ਨੂੰ ਜਾਣਨ ਵਾਸਤੇ।
ਪਰਮਾਤਮਾ ਨੂੰ, ਆਪਣੇ ਮਾਤਾ ਪਿਤਾ ਨੂੰ। ਫਿਰ ਸਾਨੂੰ ਸਤ ਸੰਗਤ 'ਚ ਆਉਣਾ ਪੈਂਦਾ, ਅਤੇ ਜਦੋਂ ਅਸੀਂ ਸਤ ਸੰਗਤ 'ਚ ਆਉਂਦੇ ਹਾਂ ਫਿਰ ਸਾਨੂੰ ਸਤਿਗੁਰੂ ਭੇਜ ਦਿੰਦੇ ਵੀ ਇਹ ਜੋ ਸੰਸਾਰੀ ਸਾਡੇ ਮਾਤਾ ਪਿਤਾ ਨੇ, ਇਹਨਾਂ ਦੇ ਸੰਯੋਗ ਦੇ ਨਾਲ ਇਹ ਜਿਹੜਾ ਸਰੀਰ ਹੈ ਤਨ ਬਣਿਆ। ਜੋ ਮਨ ਹੈ, ਮਨ ਦਾ ਮਾਤਾ ਪਿਤਾ ਨਿਰੰਕਾਰ ਹੈ, ਹਰੀ ਪਰਮਾਤਮਾ। ਜਦੋਂ ਹੁਣ ਇਹ ਦੇਹ ਹੈ ਜਿਹੜੀ ਇਹ ਨਾਸਵਾਨ ਮਿਥਿਆ ਹੋਇਆ ਇਹ ਆਕਾਰ ਹੈ, ਜਦੋਂ ਅਸੀਂ ਇਹ ਦੇਹ ਨੂੰ ਛੱਡਾਂਗੇ ਫਿਰ ਇਹ ਸੰਸਾਰੀ ਮਾਤਾ ਪਿਤਾ ਸਾਡੇ ਨਾਲ ਨਹੀਂ ਜਾਣਗੇ। ਸੰਸਾਰੀ ਭੈਣ ਭਰਾ ਇਹ ਸਾਡੇ ਉੱਥੇ ਨਾਲ ਨਹੀਂ ਜਾਣਗੇ ਜਿੱਥੇ ਅਸੀਂ ਦੇਹ ਛੱਡਣ ਤੋਂ ਮਗਰੋਂ ਜਾਣ। ਮਹਾਰਾਜ ਫਰਮਾਉਂਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਵੀ ਉੱਥੇ ਜਿੱਥੇ ਅਸੀਂ ਦੇਹ ਛੱਡਣ ਤੋਂ ਮਗਰੋਂ ਜਾਣਾ ਹੈ ਉੱਥੇ ਨਾ ਤਾਂ ਸਾਡੇ ਸੰਗੀ ਸਾਥੀ ਜਾਂ ਮਾਂ ਪਿਓ ਬਣ, ਨਾ ਭੈਣ ਭਾਈ ਬਣ, ਨਾ ਸਾਡੇ ਸੱਜਣ ਮਿੱਤਰ ਬਣ। ਪਰਮਾਤਮਾ ਜੋ ਨਿਰੰਕਾਰ ਵਾਹਿਗੁਰੂ, ਉਹਨੇ ਸਾਨੂੰ ਉੱਥੇ ਵੀ ਇਕੱਲਿਆਂ ਨਹੀਂ ਛੱਡਣ, ਉੱਥੇ ਵੀ ਸਾਡੇ ਨਾਲ ਹੈ। ਇਸ ਲੋਕ 'ਚ ਵੀ ਸਾਡੇ ਨਾਲ ਹੈ, ਅਤੇ ਜਦੋਂ ਅਸੀਂ ਦੇਹ ਛੱਡਾਂਗੇ ਉੱਥੇ ਵੀ ਸਾਡੇ ਨਾਲ। ਹੁਣ ਜੇ ਤਾਂ ਅਸੀਂ ਉਹਦੇ ਸਨਮੁਖ ਹੋਵਾਂਗੇ, ਮਾਲਕ ਦੀ ਪਹਿਚਾਣ ਕੀਤੀ ਹੋਏਗੀ, ਫਿਰ ਤਾਂ ਅਸੀਂ ਇਸ ਲੋਕ ਦੇ ਵਿੱਚ ਵੀ ਉਹਨੂੰ ਆਪਦੇ ਅੰਗ ਸੰਗ ਦੇਖਾਂਗੇ, ਉਹਦੇ ਸਨਮੁਖ ਰਵਾਂਗੇ, ਅਤੇ ਜਦੋਂ ਦੇਹ ਛੱਡਾਂਗੇ ਉੱਥੇ ਵੀ ਸਾਡੇ ਅੰਗ ਸੰਗ। ਹੁਣ ਜੇ ਅਸੀਂ ਇਸ ਲੋਕ ਦੇ ਵਿੱਚ ਪਰਮਾਤਮਾ ਨਿਰੰਕਾਰ ਆਪਣੇ ਮਾਤਾ ਪਿਤਾ ਤੋਂ ਬੇਮੁਖ ਰਹੇ, ਅਸੀਂ ਉਹਦੇ ਸਨਮੁਖ ਨਹੀਂ ਹੋਏ, ਉਹਦੀ ਪਹਿਚਾਣ ਨਹੀਂ ਕੀਤੀ, ਸਾਨੂੰ ਪਤਾ ਨਹੀਂ ਵੀ ਰੱਬ ਕਿੱਥੇ, ਪਰਮਾਤਮਾ ਕਿੱਥੇ ਹੈ, ਕਿਹੋ ਜਿਹਾ। ਫਿਰ ਉਹਨੂੰ ਅਸੀਂ ਦੇਖਿਆ ਨਹੀਂ, ਮਾਲਕ ਨੂੰ, ਅਤੇ ਜਿਨ੍ਹਾਂ ਨੂੰ ਅਸੀਂ ਆਪਦੇ ਸਮਝਦੇ ਇਹ ਸਾਡੇ ਨਾਲ ਨਹੀਂ ਜਾਂਦੇ, ਜਿਨ੍ਹਾਂ ਨੂੰ ਅਸੀਂ ਆਪਦੇ ਸੰਗੀ ਸਾਥੀ ਮੰਨਦੇ ਹਾਂ ਇਹ ਸਾਡੇ ਨਾਲ ਨਹੀਂ ਜਾਣਗੇ। ਫਿਰ ਇਸ ਵਾਸਤੇ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਸਾਨੂੰ ਸਤਿਗੁਰੂ ਗਿਆਨ ਦਿੰਦੇ ਵੀ ਇਹ ਸਾਡੇ ਅਸਲ ਮਾਤਾ ਪਿਤਾ ਨਹੀਂ ਹੈ, ਇਹ ਤਾਂ ਸਿਰਫ ਉਹਨਾਂ ਸਮਾਂ ਜਿੰਨਾ ਸਮਾਂ ਇਹ ਸਾਡਾ ਆਕਾਰ ਹੈ ਸਰੀਰ। ਜਦੋਂ ਅਸੀਂ ਇਹ ਆਕਾਰ ਨੂੰ ਛੱਡਾਂਗੇ ਇੱਥੋਂ ਕਿਸੇ ਨੇ ਵੀ ਸਾਡੇ ਨਾਲ ਨਹੀਂ ਜਾਣਾ। ਫਿਰ ਤਾਂ ਸਾਨੂੰ ਸਮਝਾਉਂਦੇ ਵੀ ਜਿਹਨੇ ਨਾਲ ਜਾਣਾ, ਜਿਹਨੇ ਸਾਡਾ ਸੰਗੀ ਸਾਥੀ ਬਣਨਾ, ਉਹ ਸੱਚੇ ਪਰਮਾਤਮਾ ਤੇ ਨਾਮ ਹੈ। ਨਾਮ ਤੋਂ ਬਿਨਾਂ ਹੋਰ ਸਾਡਾ ਕੋਈ ਸੱਜਣ ਬਣਦਾ ਨਹੀਂ, ਕੋਈ ਸਾਥੀ ਬਣਦਾ ਨਹੀਂ। ਮਹਾਰਾਜ ਤਾਈਓ ਫਿਰ ਸਾਨੂੰ ਸਮਝਾਉਂਦੇ ਬਈ ਸੱਜਣ ਉਸ ਨੂੰ ਬਣਾਓ ਜਿਹੜਾ ਸਾਡੇ ਨਾਲ ਚੱਲਦਿਆਂ ਦੇ ਨਾਲ ਚੱਲੇ। ਜਿੱਥੇ ਸਾਜੋ ਲੇਖਾ ਮੰਗਿਆ ਜਾਂਦਾ ਉਹ ਇਹ ਸੱਜਣ ਉੱਥੇ ਵੀ ਸਾਡੇ ਨਾਲ ਹੁੰਦਾ। ਸੱਜਣ ਫਿਰ ਕਹਿੰਦੇ ਸ਼ਬਦ ਗੁਰੂ ਨਾਮ ਨੂੰ ਸੱਜਣ ਆਖੀ। ਮਹਾਰਾਜ ਫਰਮਾਉਂਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ। ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਬਈ ਸਾਡਾ ਸੱਜਣ ਉਹ ਹੈ ਜਿਹੜਾ ਸਾਡੇ ਨਾਲ ਚੱਲਦਿਆਂ ਦੇ ਨਾਲ ਚੱਲਦਾ। ਜਿੱਥੇ ਸਾਡਾ ਲੇਖਾ ਵੀ ਮੰਗਿਆ ਜਾਂਦਾ ਉਹ ਸੱਜਣ ਸਾਨੂੰ ਉੱਥੇ ਵੀ ਛੱਡ ਕੇ ਨਹੀਂ ਜਾਂਦਾ, ਉਹ ਸੱਜਣ ਉੱਥੇ ਵੀ ਨਾਲ ਖੜ੍ਹ। ਔਰ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹਨੇ ਮੁਸੀਬਤ ਪੈਣ 'ਤੇ ਸਾਨੂੰ ਛੱਡ ਹੀ ਜਾਣਾ ਹੈ ਫਿਰ ਉਹ ਆਪਣਾ ਕਾਹਦਾ ਸੱਜਣ ਹੋਏ। ਜਿਵੇਂ ਆਪਾਂ ਸੰਸਾਰ 'ਚ ਵੀ ਦੇਖਦੇ ਹਾਂ ਵੀ ਜੇ ਸਾਡੇ 'ਤੇ ਕੋਈ ਮੁਸੀਬਤ ਪੈ ਜੇ ਅਤੇ ਉਹ ਮੁਸੀਬਤ ਦੇ ਵਿੱਚ ਜਿਹੜੇ ਸਾਡਾ ਸਾਥ ਛੱਡ ਜਾਂਦੇ
ਫਿਰ ਆਪਾਂ ਕਹਿੰਦੇ ਵੀ ਤੁਸੀਂ ਕਾਹਦੇ ਸਾਡੇ ਸੱਜਣ, ਕਾਹਦੇ ਸਾਡੇ ਰਿਸ਼ਤੇਦਾਰ ਹੋ। ਜਦੋਂ ਸਾਡੇ 'ਤੇ ਔਖੀ ਘੜੀ ਮੁਸੀਬਤ ਪਈ ਸੀ ਉਦੋਂ ਤਾਂ ਤੁਹਾਡੇ 'ਚੋਂ ਆ ਕੇ ਕੋਈ ਖੜਿਆ ਨਹੀਂ, ਕਿਸੇ ਨੇ ਸਾਰ ਹੀ ਨਹੀਂ ਲਈ। ਔਰ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਕਹਿੰਦੇ ਵੀ ਜਿਹਨੇ ਸਾਡੀ ਔਖੀ ਘੜੀ ਦੇ ਵਿੱਚ ਸਾਰ ਲੈਣੀ, ਜਿਹਨੇ ਸਾਨੂੰ ਇਕੱਲਿਆਂ ਨਹੀਂ ਛੱਡਣਾ, ਉਹ ਨਾਮ ਹੈ। ਬਾਕੀ ਸਾਰਾ ਕੁਛ ਇੱਥੇ ਦਾ ਇੱਥੇ ਹੀ ਰਹਿ ਜਾਂਦਾ, ਧਰੇ ਦਾ ਧਰੇ ਹੀ ਰਹਿ ਜਾਂਦਾ। ਮਾਰੇ ਤਾਈਓ ਫਰਮਾਉਂਦੇ ਸਾਧ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨਸਾਰ। ਵੀ ਜਿਹੜਾ ਅਸੀਂ ਸਿਮਰਨ ਕਰਾਂਗੇ ਉਸ ਸਿਮਰਨ ਦੇ ਬਦਲੇ ਸਾਨੂੰ ਨਾਮ ਦੀ ਦਾਤ ਮਿਲੇਗੀ। ਫਿਰ ਨਾਮ ਨੇ ਸਾਡੀ ਸਾਰ ਲੈਣੀ, ਔਖੀ ਘੜੀ ਦੇ ਵਿੱਚ ਉਹਨੇ ਸਾਨੂੰ ਇਕੱਲਿਆਂ ਨਹੀਂ ਛੱਡਣਾ। ਉਹ ਸ਼ਬਦ ਗੁਰੂ ਨਾਮ ਇੱਥੇ ਵੀ ਸਾਡੇ ਨਾਲ, ਇੱਥੇ ਵੀ ਸਾਨੂੰ ਸੁੱਖ ਦਿੰਦਾ ਹੈ, ਅਤੇ ਜਦੋਂ ਅਸੀਂ ਦੇਹ ਛੱਡਾਂਗੇ ਉਹ ਸ਼ਬਦ ਗੁਰੂ ਉੱਥੇ ਵੀ ਨਾਲ ਜਾਏਗਾ ਸਾਡੇ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੱਚ ਅਤੇ ਨਾਮ ਦੇ ਨਾਲ ਜੁੜੋ। ਸੱਚ ਕਹਿੰਦੇ ਪਰਮਾਤਮਾ ਨੂੰ, ਆਹ ਸੱਚ ਨਹੀਂ ਜਿਵੇਂ ਇੱਕ ਤਾਂ ਹੈ ਸੰਸਾਰ ਦੇ ਵਿੱਚ ਜੀਵ ਆਪਸ ਵਿੱਚ ਲੜਦੇ ਵੀ ਆਹ ਬੰਦਾ ਸੱਚ ਹੈ ਜੀ, ਆਹ ਬੰਦਾ ਝੂਠਾ ਹੈ, ਆਹ ਸੱਚ ਬੋਲਦਾ ਝੂਠ ਬੋਲਦਾ। ਇਹ ਸੱਚ ਝੂਠ ਨਹੀਂ ਜਿਹਦੇ ਪਿੱਛੇ ਸੰਸਾਰ ਲੜਦਾ। ਸੱਚ ਕਹਿੰਦੇ ਨੇ ਪਰਮਾਤਮਾ ਨੂੰ, ਵਾਹਿਗੁਰੂ ਨੂੰ ਸੱਚ ਆਖੀ। ਜੋ ਆਬਾ ਪੜ੍ਹਦੇ ਰੋਜ਼ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਪਰਮਾਤਮਾ ਨੂੰ ਆਖੀਏ ਅਤੇ ਸੱਚ ਨੂੰ ਵਾਹਿਗੁਰੂ ਆਖੀਏ। ਜਦੋਂ ਤੋਂ ਪੰਜਾਬੀ ਭਾਸ਼ਾ ਸ਼ੁਰੂ ਹੋਈ ਹੈ, ਗੁਰੂ ਨਾਨਕ ਦੇ ਘਰ ਨੇ ਸੱਚ ਨੂੰ ਵਾਹਿਗੁਰੂ ਆਖੀ। ਔਰ ਇਹ ਜਿਹੜਾ ਆਪਾਂ ਵਾਹਿਗੁਰੂ ਬੋਲਦੇ ਹਾਂ, ਇਹ ਸੱਚ ਜੋ ਆਪਾਂ ਮਾਲਕ ਦੀ ਸਿਫਤ ਵਡਿਆਈ ਕਰਦੇ ਹਾਂ, ਉਹ ਸੱਚ। ਬਾਕੀ ਜਿਹੜਾ ਅਸੀਂ ਸੰਸਾਰ ਦੇ ਵਿੱਚ ਵਾਦ ਵਿਵਾਦ ਕਰਦੇ ਹਾਂ, ਜੋ ਅਸੀਂ ਝਗੜਦੇ ਹਾਂ ਸੱਚ ਝੂਠ ਤੋਂ, ਉਹ ਸਾਡੀ ਅਗਿਆਨਤਾ, ਅਤੇ ਉਹ ਅਸੀਂ ਅਗਿਆਨਤਾ ਦੇ ਵਿੱਚ ਹੀ ਲੜਦੇ। ਮਾਰੇ ਤਾਈਓ ਫਿਰ ਸਾਨੂੰ ਸਮਝਾਉਂਦੇ ਵੀ ਸੱਚ ਬੋਲੋ, ਝੂਠ ਨਾ ਬੋਲੋ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਬਾਟ ਮਰੀਦਾ ਜੋਲੀ। ਬਈ ਜੋ ਸਾਨੂੰ ਗੁਰਬਾਣੀ ਗੁਰੂ ਰਸਤਾ ਦੱਸ ਰਹੇ, ਜੇ ਅਸੀਂ ਇਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਾਂਗੇ ਅਤੇ ਅਸੀਂ ਸੱਚ ਬੋਲਾਂਗੇ ਅਤੇ ਅਸੀਂ ਝੂਠ ਨਹੀਂ ਬੋਲਾਂਗੇ। ਸੱਚ ਬੋਲਣਾ ਕੀ ਹੈ? ਸਿਮਰਨ ਕਰਨਾ, ਮਾਲਕ ਦੀ ਸਿਫਤ ਸਲਾਹ ਕਰ, ਇਹ ਸੱਚ। ਜਦੋਂ ਅਸੀਂ ਸੰਸਾਰ ਦੀਆਂ ਦੁਨਿਆਵੀ ਗੱਲਾਂ ਕਰਦੇ ਤਾਂ ਇਹ ਤ੍ਰੈ ਗੁਣਾਂ ਦੇ ਵਿੱਚ ਇਹ ਜਿਹੜੀ ਅਸੀਂ ਸੰਸਾਰ ਦੀ ਭਾਸ਼ਾ ਬੋਲਦੇ ਹਾਂ, ਕੱਚੀ ਬਣ, ਇਹਦੇ ਵਿੱਚ ਸਾਰਾ ਝੂਠ ਹੀ ਝੂਠ। ਇਹਨੂੰ ਹੀ ਕਹਿੰਦੇ ਵੀ ਇਹਨੂੰ ਕੱਚੀ ਬਾਣੀ ਨੂੰ ਬੋਲਣ ਵਾਲੇ ਵੀ ਕੱਚੇ, ਇਹਨੂੰ ਸੁਣਨ ਵਾਲੇ ਵੀ ਕੱਚੇ, ਆਖਣ ਵਾਲੇ ਵੀ ਕੱਚੇ। ਕਿਉਂਕਿ ਕੱਚੀ ਬਾਣੀ ਹੈ, ਪੌਣ ਪਾਣੀ ਵਸੰਤਰ ਦੁਬਾਰਾ ਪੈਦਾ ਹੁੰਦੀ। ਹੁਣ ਇਹਦੇ ਵਿੱਚ ਫਿਰ ਝੂਠ, ਅਤੇ ਆਪਾਂ ਨੂੰ ਕਹਿੰਦੇ ਝੂਠ ਨਾ ਬੋਲੋ। ਝੂਠ ਬੋਲਣ ਦਾ ਭਾਵ ਕੀ? ਵੀ ਸੰਸਾਰ ਦੀਆਂ ਬਹੁਤੀਆਂ ਗੱਲਾਂ ਨਾ ਕਰੋ। ਬਈ ਸੰਸਾਰ ਦੀ ਓਨੀ ਕੁ ਗੱਲ ਕਰੋ ਵੀ ਜਿਹਦੇ ਬਿਨਾਂ ਸਾਡਾ ਸਰਦਾ ਨਹੀਂ, ਜਿਹੜੀ ਬਹੁਤ ਜ਼ਰੂਰੀ, ਉਹ ਓਨਾ ਕੁ ਬੋਲੋ। ਨਹੀਂ ਤਾਂ ਆਪਦਾ ਚੁੱਪ ਕਰਕੇ ਸਿਮਰਨ ਕਰੀ ਚੱਲੋ, ਮਾਲਕ ਦੀ ਸਿਫਤ ਸਲਾਹ, ਉਹਦੇ ਗੁਣ ਗਾਵੋ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਵੀ ਜਿਹੜੀ ਭਗਤਾਂ ਦੀ ਚਾਲ ਉਹ ਸੰਸਾਰੀਆਂ ਦੇ ਨਾਲੋਂ ਵੱਖਰੀ ਹੁੰਦੀ। ਵੱਖਰੀ ਕੀ? ਬਈ ਉਹ ਬਹੁਤਾ ਨਹੀਂ ਬੋਲਦੀ, ਸੰਸਾਰ ਦੀਆਂ ਬਹੁਤੀਆਂ ਦੁਨਿਆਵੀ ਗੱਲਾਂ ਨਹੀਂ ਕਰਦੀ, ਉਹ ਕਿਸੇ ਨਾਲ ਵਾਦ ਵਿਵਾਦ 'ਚ ਨਹੀਂ ਪੈਂਦੀ, ਉਹ ਦੁਵਦਾ ਵੈਰ ਵਿਰੋਧ ਈਰਖਾ ਨਫ਼ਰਤ ਦੀਆਂ ਗੱਲਾਂ ਨਹੀਂ ਕਰਦੀ। ਮਹਾਰਾਜ ਤਾਈਓ ਫਰਮਾਉਂਦੇ ਭਗਤਾਂ ਕੀ ਚਾਲ ਨਿਰਾਲੀ,
ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਬਈ ਇਹ ਭਗਤਾਂ ਦੀ ਨਿਸ਼ਾਨੀ ਵੀ ਉਹ ਬਹੁਤਾ ਨਹੀਂ ਬੋਲਦੇ। ਬਹੁਤਾ ਕੀ ਵੀ ਉਹ ਝੂਠ ਨਹੀਂ ਬੋਲਦੇ। ਝੂਠ ਕੀ ਵੀ ਉਹ ਸੰਸਾਰ ਦੀਆਂ ਬਹੁਤੀਆਂ ਦੁਨਿਆਵੀ ਗੱਲਾਂ 'ਚ ਨਹੀਂ ਬੋਲਦੇ। ਜ਼ਿਆਦਾ ਸਿਮਰਨ ਕਰਨਗੇ ਜਾਂ ਮਾਲਕ ਦੀ ਵਡਿਆਈ ਕਰਨਗੇ, ਬ੍ਰਹਮ ਦੇ ਗੁਣ ਗਾਉਣਗੇ, ਉਹਦੀ ਉਸਤਤ ਕਰਨਗੇ, ਕਥਾ ਕਹਾਣੀ ਕਰਨਗੇ। ਨਹੀਂ ਤਾਂ ਆਪਦਾ ਚੁੱਪ ਹੋ ਜਾਂਦੇ। ਚੁੱਪ ਕਰਕੇ ਸਹਿਜ ਦੇ ਵਿੱਚ ਆਪਦਾ ਸੁੱਖ ਲੈਂਦੇ, ਆਨੰਦ ਲੈਂਦੇ। ਹੁਣ ਬਹੁਤਾ ਜਿਹੜਾ ਬੋਲਣਾ ਉਹਨੂੰ ਕਹਿੰਦੇ ਗੁਰਬਾਣੀ 'ਚ ਝੱਖ ਮਾਰਨਾ। ਬਈ ਮਾਲਕ ਤਾਂ ਬਿਨਾਂ ਬੋਲਿਆਂ ਤੋਂ ਹੀ ਸਭ ਕੁਝ ਜਾਣਦਾ। ਮਹਾਰਾਜ ਕਹਿੰਦੇ ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਬਈ ਬਹੁਤਾ ਬੋਲਣਾ ਝੱਖ ਮਾਰਨਾ, ਕਿਉਂਕਿ ਬਿਨਾਂ ਬੋਲਿਆਂ ਤੋਂ ਹੀ ਉਹ ਜਾਣਦਾ। ਜੇ ਅਸੀਂ ਉਹਨੂੰ ਬਹੁਤਾ ਬੋਲ ਬੋਲ ਕੇ ਦੱਸੀਏ ਕਿ ਉਹ ਜਾਣਦਾ ਨਹੀਂ, ਉਹ ਸਭ ਕੁਝ ਜਾਣਦਾ। ਸਾਡੇ ਸਾਰਿਆਂ ਜੀਵਾਂ ਦੀ ਤਾਂ ਉਹ ਪ੍ਰਿਤ ਪਾਲਣਾ ਕਰਦੇ, ਸਭ ਦੀ ਪਾਲਣਾ ਪੋਸ਼ਣਾ ਕਰ ਰਿਹਾ। ਕੀ ਉਹਨੂੰ ਪਤਾ ਨਹੀਂ? ਉਹ ਸਭ ਕੁਝ ਜਾਣਦਾ। ਮਹਾਰਾਜ ਤਾਂਹੀਓ ਫਰਮਾਉਂਦੇ ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਾਤੋਂ ਉਹਨੂੰ ਬਾਹਲਾ ਸਾਨੂੰ ਮੰਗਣ ਦੀ ਲੋੜ ਨਹੀਂ। ਉਹ ਬਿਨਾਂ ਮੰਗਿਆਂ ਤੋਂ ਹੀ ਸਾਨੂੰ ਦਿੱਤੀ ਜਾਂਦਾ ਜਿੰਨੀ ਸਾਨੂੰ ਲੋੜ ਹੈ। ਕਿਉਂਕਿ ਉਹ ਅੰਤਰਜਾਮੀ, ਉਹਨੂੰ ਸਭ ਪਤਾ ਵੀ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ ਅਤੇ ਕਦੋਂ ਲੋੜ ਹੈ। ਉਹ ਸਮੇਂ ਸਮੇਂ ਮੁਤਾਬਕ ਸਾਡੇ ਸਾਰੀਆਂ ਲੋੜਾਂ ਪੂਰੀਆਂ ਕਰਤ, ਸਾਡੇ ਮਨ ਦੀਆਂ ਵੀ, ਤਨ ਦੀਆਂ ਵੀ, ਸਭ ਜ਼ਰੂਰਤਾਂ ਪੂਰੀਆਂ ਕਰਤ। ਇਉਂ ਮਹਾਰਾਜ ਫਰਮਾਉਂਦੇ ਬਿਨ ਬੋਲਿਆਂ ਸਭ ਕੁਛ ਜਾਣਦਾ, ਕੈਸਾ ਆਗੇ ਕੀਜੇ ਅਰਦਾਸ। ਵੀ ਮਾਲਕ ਤਾਂ ਬਿਨਾਂ ਬੋਲਿਆਂ ਤੋਂ ਹੀ ਜਾਣਦੇ, ਉਹ ਅੰਤਰਜਾਮੀ, ਉਹਨੂੰ ਸਭ ਪਤਾ। ਫਿਰ ਅਸੀਂ ਬਹੁਤਾ ਬੋਲ ਬੋਲ ਕੇ ਫਿਰ ਉਹ ਕਹਿੰਦੇ ਵੀ ਝੱਖ ਮਾਰਤੀ। ਬਹੁਤਾ ਬੋਲਣ ਝੱਖਣ ਹੋਈ, ਬਿਨ ਬੋਲੇ ਜਾਣੇ ਸਭ ਸੋਏ। ਵੀ ਉਹ ਤਾਂ ਬਿਨਾਂ ਬੋਲਿਆਂ ਤੋਂ ਹੀ ਜਾਣਦਾ। ਬਹੁਤਾ ਅਸੀਂ ਬੋਲ ਬੋਲ ਕੇ ਝੱਖ ਮਾਰ ਕੇ ਕਿਹਨੂੰ ਦੱਸਾਂ? ਹੁਣ ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੇ ਹੁਣ ਅਸੀਂ ਗੁਰੂ ਪਾਸੋਂ ਸੋਝੀ ਲੈ ਲਈਏ, ਗਿਆਨ ਲੈ ਲਈਏ, ਫਿਰ ਸਾਡਾ ਜਿਹੜਾ ਮਨ ਹੈ ਉਹ ਸਹਿਜ ਅਵਸਥਾ 'ਚ ਆ ਜਾਂਦਾ, ਸਹਿਜ ਆਪਣਾ ਘਰ। ਇੱਧਰ ਵਿਚਾਰਾਂ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ ਸਹਿਜ ਨਹੀਂ। ਮਹਾਰਾਜ ਫਰਮਾਉਂਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿੰਸਾ ਨਾ ਜਾਏ। ਬਈ ਜਦ ਤੱਕ ਅਸੀਂ ਵਿਚਾਰਾਂ 'ਚ ਤਿੰਨਾਂ ਗੁਣਾਂ ਦੇ ਵਿੱਚ, ਉਹਨਾਂ ਸਮਾਂ ਸਾਡੇ ਸਹਿੰਸੇ ਫਿਕਰ ਜਿਹੜੇ ਇਹ ਖਤਮ ਨਹੀਂ ਹੋਣੇ। ਸਾਨੂੰ ਚਿੰਤਾਵਾਂ, ਸਾਨੂੰ ਫਿਕਰ ਲੱਗੇ ਹੀ ਰਹਿਣ। ਕਿਤੇ ਕੋਈ ਚਿੰਤਾ, ਕਿਤੇ ਕਿਸੇ ਦਾ ਫਿਕਰ, ਕਿਤੇ ਕੋਈ ਚਿੰਤਾ, ਜਾਣੀ ਦੀ ਉਹ ਲੱਗੀ ਰਹਿਣੀ ਸਾਨੂੰ। ਜਦੋਂ ਅਸੀਂ ਸਹਿਜ ਵਿੱਚ ਚਲੇ ਗਏ, ਸਹਿਜ ਸਾਡਾ ਘਰ, ਸਹਿਜ ਦੇ ਵਿੱਚ ਸਾਨੂੰ ਕੋਈ ਚਿੰਤਾ ਨਹੀਂ, ਸਾਨੂੰ ਕੋਈ ਫਿਕਰ ਨਹੀਂ। ਸਹਿਜ ਦੇ ਵਿੱਚ ਸੁੱਖ ਹੀ ਸੁੱਖ, ਆਨੰਦ ਹੀ ਆਨੰਦ। ਜਦੋਂ ਅਸੀਂ ਇੱਕ ਵਾਰ ਸਹਿਜ 'ਚ ਚਲੇ ਗਏ, ਫਿਰ ਸਹਿਜ ਦੇ ਵਿੱਚੋਂ ਸਾਡਾ ਬਾਹਰ ਆਉਣ ਨੂੰ ਚਿੱਤ ਨਹੀਂ ਕਰਦਾ, ਮਨ ਨਹੀਂ ਕਰਦਾ। ਸੰਸਾਰ ਦੀ ਜਿਹੜੀ ਦੁਨਿਆਵੀ ਗੱਲ, ਉਹ ਸਾਨੂੰ ਸਹਿਜ ਤੋਂ ਬਾਹਰ ਆ ਕੇ ਕਰਨੀ ਪੈਂਦੀ। ਜਿਹੜੀਆਂ ਹੁਣ ਸੰਸਾਰ ਦੀਆਂ ਦੁਨਿਆਵੀ ਗੱਲਾਂ ਨੇ, ਇਹ ਸਹਿਜ ਦੀਆਂ ਨਹੀਂ, ਇਹ ਸਹਿਜ ਤੋਂ ਬਾਹਰ ਦੀਆਂ ਗੱਲਾਂ ਨੇ। ਜਦੋਂ ਫਿਰ ਅਸੀਂ ਸੰਸਾਰ ਦੀ ਕੋਈ ਗੱਲ ਕਰਨੀ ਹੋਊ, ਉਹ ਸਾਨੂੰ ਸਹਿਜ ਤੋਂ ਬਾਹਰ ਆ ਕੇ ਕਰਨੀ ਪੈਣੀ। ਫਿਰ ਤਾਈਓ ਜਿਹੜੇ ਗੁਰਮੁਖ ਉਹ ਬਹੁਤਾ ਬੋਲਦੇ ਹੀ ਨਹੀਂ, ਕਿਉਂਕਿ ਉਹ ਸਹਿਜ ਵਿੱਚ ਰਹਿੰਦੇ ਅਤੇ ਉਹਨਾਂ ਦਾ ਬੋਲਣ ਨੂੰ ਚਿੱਤ ਨਹੀਂ ਕਰਦਾ ਵੀ ਬੋਲੀਏ ਕੀ। ਬਈ ਜੇ ਬੋਲਾਂਗੇ ਤਾਂ ਸਹਿਜ ਤੋਂ ਬਾਹਰ ਆ ਕੇ ਬੋਲਾਂਗੇ। ਇਸ ਕਰਕੇ ਉਹ ਸਹਿਜ 'ਚ ਬੈਠੇ ਰਹਿੰਦੇ, ਆਪਣੇ ਘਰ ਬੈਠੇ ਰਹਿੰਦੇ। ਮਹਾਰਾਜ ਤਾਂਹੀਓ ਫਰਮਾਉਂਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਤਿਥੇ ਊਂਘ ਨ ਭੁੱਖ ਹੈ,
हर अमृत नाम सुख वास, नानक दुख सुख व्यापत नाही, जिथे आत्म राम प्रगास। गुरमुखां दे अंदर सहज उन्हां दा मन चढ़ गया 10वें आकाश। जिथे आत्मा का प्रकाश, जिथे कोई ऊंघ नहीं, जिथे कोई भुख नहीं, जिथे आ संसार का दुख सुख नहीं व्यापदा सन, उथे फिर अपने घर दे विच आत्मा का प्रकाश, वो प्रकाश इदां दा हुंदा जिवें आपां रात नूं देखदे भी पूर्णमासी ते जिवें चंद्रमा चढ़दा है, चाननी रात हुंदी, पूरा चिट्टा चानन। इसे तरह ही जदों फिर असीं गुरु की किरपा द्वारा वो सहज घर दे विच जांदे हाँ, तो फिर साडे अंदरों जिहड़ा नेरा वो खत्म हो जाता, तो वो चंद्रमा वांगू फिर प्रकाश हो जाता। महाराज फरमाउंदे ने, गुर प्रसादी सहज घर पाया, मिटिया अंधेरा चन्न चढ़िया। बई जदों साडे ते गुरु की किरपा हुई, असीं वो सहज घर की प्राप्ति की, तो जिहड़ा हनेरा सी वो मिट गया, तो चंद्रमा चढ़ गया, साडे घर दे विच प्रकाश हो गया। जिवें आपां देखदे भी चंद की चाननी है, तो चाननी दे विच आपां नूं सारा कुछ दिखाई दिंदा, दूर तक दिसदा। फिर इसे तरह ही जदों साडे अंदर प्रकाश हो जाएगा, सानूं अपने अंदर सारा कुछ नज़र आएगा। हुण तां जिवें आपां नेत्र बंद कर लेने, सानूं आपदे अंदर कुछ दिसदा नहीं, क्योंकि हनेरा है। जदों प्रकाश हो गया तो फिर सारा कुछ नज़र आउंदा। जिवें हुण आ लाइट जागदी, इत्थे आपां लाइट बंद कर दी, हनेरा हो जे, तो हनेरे दे विच आपां नूं कोई चीज़ दिखाई नहीं दिंदी भी की कित्थे पिया। हुण जदों फिर प्रकाश हो गया, तो फिर आपां नूं सारा कुछ नज़र आउंदा भी की कुछ कित्थे कित्थे पिया। हुण इसे तरह ही अपना जिहड़ा घर है, जदों असीं अपने घर जावांगे, उत्थे प्रकाश ही प्रकाश है, तो फिर सानूं आपदे घर दी सोझी हुंदी भी साडे घर दे विच की कुछ है, कित्थे कित्थे की कुछ मालक ने रखिया होया। जिहड़ा साडे वास्ते घर बनाया, मालक ने बहुत सोहना बनाया। मारे फरमाउंदे, हर का मंदिर सोहना किया करने हार, राव सस दीप अनूप जोत, त्रै भवन जोत अपार। भी उत्थे अनूप जोत है, प्रकाश ही प्रकाश है साडे घर दे विच। ये अपने घर दे विच ही साडे वास्ते भोजन रखे, साडे मन की जिहड़ी खुराक है। मालक ने घर दे विच ही खूह ला दिता, जिन्ना मर्जी असीं कढ कढ के पीती जाइए, मुकदा ही। फरमाउंदे ने, अंतर खूंटा अमृत भरिया, शब्द गाढ़ पीए पनहार। बई शब्द द्वारा साडे मन ने कढ के पीना, तो साडे घर दे विच ही वो अमृत भरपूर है। हुण जिहड़े मनमुख ने, उन्हां नूं भेद नहीं आउंदा, सोझी नहीं आउंदी। जिवें मारे उदाहरण दिंदे भी मिर्ग है, ਉਹਦੇ अंदर कस्तूरी, ਉਹਦੇ अंदरों खुशबू आउंदी, ਉਹਨੂੰ भेत नहीं, ਉਹ बाहर भजदा। ਹੁਣ ਉਹਨੂੰ ਇਹ नहीं पता भी मेरे अंदर ही है, मेरे अंदरों खुशबू आ रही है। इसे तरह ही साडे अंदर अमृत, जिन्ने भी घट शरीर ने, सबना दे अंदर अमृत पिया। मारे फरमाउंदे, जेते घट सब ही मैं अमृत। जिन्ने भी घट शरीर ने, सारिਆਂ ਦੇ ਵਿੱਚ अमृत है, पर मनमुख की सारी उम्र बीत जाती, ਉਹਨੂੰ अंदरों अमृत का भेत ही नहीं आउंदा। क्योंकि उन्हें गुरु की मत नहीं लई, सोझी नहीं लई, उन्हें वो अमृत का कभी स्वाद ही नहीं चखिया। उन्होंने नहीं पता भी मेरे अंदर अमृत कित्थे ते अमृत किहो जिहा। महाराज फरमाउंदे, घर ही में अमृत भरपूर है, मनमुखां साध न पाया। ज्यों कस्तूरी मिर्ग न जाने, भरम दा भरम भुलाए।
ਬਈ ਜਿਵੇਂ ਉਹ ਮਿਰਗ ਨੂੰ ਭਰਮੇ ਉਹਨੂੰ ਨਹੀਂ ਭੇਤ ਕਸਤੂਰੀ ਦਾ, ਅਤੇ ਮਨਮੁਖ ਨੂੰ ਨਹੀਂ ਭੇਤ ਵੀ ਮੇਰੀ ਅੰਦਰ ਅੰਮ੍ਰਿਤ। ਵੀ ਜਿਹੜਾ ਅੰਮ੍ਰਿਤ ਮੇਰੀ ਖੁਰਾਕ ਹੈ ਉਹਨੂੰ ਮੈਂ ਰੋਜ਼ ਪੀਣਾ। ਜਿਵੇਂ ਹੁਣ ਆਪਾਂ ਤਨ ਨੂੰ ਰੋਜ਼ ਪ੍ਰਸ਼ਾਦਾ ਭੋਜਨ ਛਕਾਉਂਦੇ ਹਾਂ, ਇਹ ਤਾਂ ਨਹੀਂ ਵੀ ਆਪਾਂ ਇੱਕ ਵਾਰੀ ਭੋਜਨ ਖਾ ਲਿਆ ਅਤੇ ਮੁੜ ਕੇ ਲੋੜ ਹੀ ਨਹੀਂ। ਹੁਣ ਆਪਾਂ ਰੋਜ਼ ਪ੍ਰਸ਼ਾਦਾ ਛਕਦੇ ਹਾਂ, ਅਤੇ ਇਹ ਨਹੀਂ ਵੀ ਇੱਕ ਵਾਰੀ ਛਕਦੇ, ਤਿੰਨ ਟਾਈਮ ਛਕਦੇ। ਹੁਣ ਅੰਮ੍ਰਿਤ ਇਹ ਨਹੀਂ ਵੀ ਅਸੀਂ ਇੱਕ ਵਾਰ ਛਕ ਲਏ, ਇੱਕ ਵਾਰ ਪੀ ਲਏ ਅਤੇ ਮੁੜ ਕੇ ਸਾਨੂੰ ਲੋੜ ਹੀ ਨਹੀਂ ਸਾਰੀ ਉਮਰ। ਇੱਦਾਂ ਨਹੀਂ ਹੁੰਦਾ। ਅੰਮ੍ਰਿਤ ਸਾਡੇ ਮਨ ਦੀ ਖੁਰਾਕ ਹੈ ਅਤੇ ਅਸੀਂ ਰੋਜ਼ ਪੀਣਾ ਅੰਮ੍ਰਿਤ। ਜਿਵੇਂ ਤਨ ਨੂੰ ਰੋਜ਼ ਭੋਜਨ ਦਿੰਦੇ ਹਾਂ, ਪ੍ਰਸ਼ਾਦਾ ਦਿੰਦੇ ਹਾਂ, ਅਤੇ ਜੇ ਅਸੀਂ ਪ੍ਰਸ਼ਾਦਾ ਭੋਜਨ ਨਾ ਛਕੀਏ ਤਾਂ ਤਨ ਕਮਜ਼ੋਰ ਹੋ ਜਾਏਗਾ, ਤਨ ਲਿੱਸਾ ਹੋ ਜਾਏਗਾ, ਤਨ ਨੂੰ ਰੋਗ ਲੱਗ ਜਾਣਗੇ, ਇਹਨੂੰ ਬਿਮਾਰੀਆਂ ਲੱਗ ਜਾਣਗੀਆਂ। ਔਰ ਇਸੇ ਤਰ੍ਹਾਂ ਹੀ ਸਾਡੇ ਮਨ ਦਾ ਭੋਜਨ ਹੈ, ਮਨ ਦਾ ਤੋਸਾ ਅੰਮ੍ਰਿਤ। ਜੇ ਹੁਣ ਅਸੀਂ ਮਨ ਨੂੰ ਖੁਰਾਕ ਨਹੀਂ ਦੇਵਾਂਗੇ ਮਨ ਦੀ, ਅਤੇ ਮਨ ਕਮਜ਼ੋਰ ਹੋ ਜਾਏਗਾ, ਮਨ ਲਿੱਸਾ ਹੋ ਜਾਏਗਾ, ਮਨ ਰੋਗੀ ਹੋ ਜਾਏਗਾ, ਅਤੇ ਇਹਨੂੰ ਐਸੇ ਰੋਗ ਲੱਗਣਗੇ, ਇਹਦੇ ਅੰਦਰ ਇੰਨੀ ਤਪਸ਼, ਇੰਨੀ ਗਰਮੈਸ਼ ਵੱਧ ਜਾਏਗੀ, ਛੋਟੀ ਛੋਟੀ ਗੱਲ 'ਤੇ ਇਹਨੂੰ ਗੁੱਸਾ ਚੜ੍ਹੇਗਾ, ਕਰੋਧੀ ਹੋ ਜਾਏਗਾ। ਫਿਰ ਇਹਦੇ ਅੰਦਰ ਸਹਿਣਸ਼ੀਲਤਾ, ਸਬਰ, ਸੰਤੋਖ ਨਹੀਂ ਰਹਿਣਾ। ਫਿਰ ਇਹ ਨਿੱਕੀ ਨਿੱਕੀ ਗੱਲ 'ਤੇ ਚਿੰਤਾ ਕਰੇਗਾ, ਫਿਕਰ ਕਰੇਗਾ, ਦਵਦਾ ਕਰੇਗਾ, ਵੈਰ ਵਿਰੋਧ ਕਰੇਗਾ, ਈਰਖਾ ਕਰੇਗਾ, ਨਫ਼ਰਤ ਕਰੇਗਾ। ਇਹ ਜਿਹੜਾ ਮਨ ਕਮਜ਼ੋਰ ਹੈ, ਇਹ ਰੋਗੀ ਚਿੱਤ ਦੇ ਲੱਛਣ ਨੇ। ਇਹ ਉਹਨਾਂ ਦੇ ਚਿੱਤ ਰੋਗੀ ਨੇ ਜਿਹੜੇ ਫਿਰ ਮਨ ਦੀ ਖੁਰਾਕ ਨਹੀਂ ਲੈਂਦੇ, ਮਨ ਦਾ ਭੋਜਨ ਨਹੀਂ ਦਿੰਦੇ। ਉਹ ਫਿਰ ਮਨ ਹੋਰ ਕਮਜ਼ੋਰ ਹੋਈ ਜਾਂਦਾ, ਉਹਦੇ ਵਿੱਚ ਕੋਈ ਬਲ ਨਹੀਂ ਰਹਿੰਦਾ, ਕੋਈ ਸ਼ਕਤੀ ਨਹੀਂ ਰਹਿੰਦੀ। ਔਰ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਜਿਵੇਂ ਤੁਸੀਂ ਤਨ ਵਾਸਤੇ ਕਿਰਤ ਕਰਦੇ, ਹੁਣ ਤਨ ਵਾਸਤੇ ਜੀਵ ਕਿੰਨੀ ਮਸ਼ੱਕਤ ਕਰਦਾ, ਕਿੰਨੀ ਘਾਲਣਾ ਘਾਲਦਾ, ਕੀ ਕੁਝ ਕਰਦਾ ਹੈ ਤਨ ਨੂੰ ਪਾਲਣ ਵਾਸਤੇ। ਔਰ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਵੇਂ ਤਨ ਵਾਸਤੇ ਕਰਦੇ ਹੋ, ਤੁਸੀਂ ਮਨ ਵਾਸਤੇ ਵੀ ਕਰੋ। ਮਨ ਵਾਸਤੇ ਫਿਰ ਇਹ ਸਿਮਰਨ ਹੈ ਅਤੇ ਸਤ ਸੰਗਤ। ਜਿਵੇਂ ਅਸੀਂ ਤਨ ਵਾਸਤੇ ਉਦਮ ਕਰਦੇ ਹਾਂ, ਇਸੇ ਤਰ੍ਹਾਂ ਅਸੀਂ ਮਨ ਵਾਸਤੇ ਵੀ ਉਦਮ ਕਰਨਾ। ਉਹ ਉਦਮ ਕਰਨਾ, ਅਸੀਂ ਸਿਮਰਨ ਕਰਨਾ ਅਤੇ ਸਤ ਸੰਗਤ ਕਰਨਾ। ਮਹਾਰਾਜ ਫਰਮਾਉਂਦੇ, ਉਦਮ ਕਰਤ ਹਰ ਜਪਣਾ, ਬੜ ਭਾਗੀ ਹਰ ਧਨ ਖਾਟ। ਬਈ ਉਦਮ ਕਰੋ ਅਤੇ ਪਰਮਾਤਮਾ ਦਾ ਨਾਮ ਜਪੋ। ਜਿਵੇਂ ਮਹਾਰਾਜ ਉਦਾਹਰਨ ਦਿੰਦੇ ਵੀ ਇੱਕ ਕਿਰਸਾਨ ਹੈ, ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸਵੇਰੇ ਤੜਕੇ ਉੱਠਦਾ ਕਿਰਸਾਨ ਅਤੇ ਹਲ ਜੋੜਦਾ ਅਤੇ ਖੇਤਾਂ ਨੂੰ ਜਾਂਦਾ। ਉਹ ਉਦਮ ਕਰਦਾ ਵੀ ਮੇਰੇ ਪੁੱਤ ਧੀ ਖਾਣਗੇ। ਇਸੇ ਤਰ੍ਹਾਂ ਹੀ ਮਹਾਰਾਜ ਸਾਨੂੰ ਕਹਿੰਦੇ ਵੀ ਤੁਸੀਂ ਉਹ ਕਿਰਸਾਨ ਵਾਂਗੂ ਉਦਮ ਕਰੋ। ਮਹਾਰਾਜ ਫਰਮਾਉਂਦੇ, ਕਿਰਸਾਨੀ ਕਿਰਸਾਨ ਕਰੇ ਲੋਚੇ ਜੀਓ ਲਾਈ, ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਈ। ਤੈਸੇ ਹਰ ਜਨ ਹਰ ਹਰ ਜਪ ਕਰੇ, ਹਰ ਅੰਤ ਲਈ ਛਡਾਈ। ਬਈ ਜਿਵੇਂ ਉਹ ਕਿਰਸਾਨ ਉਦਮ ਕਰਦਾ, ਹਲ ਜੋੜਦਾ, ਮਿਹਨਤ ਕਰਦਾ, ਅਤੇ ਬਈ ਤਾਂ ਕਿ ਫਿਰ ਉਹਨੂੰ ਫਲ ਦੀ ਪ੍ਰਾਪਤੀ ਹੁੰਦੀ। ਫਿਰ ਖੇਤੀ ਪੱਕਦੀ, ਫਸਲ ਵੱਢਦਾ, ਅਤੇ ਉਹ ਬਈ ਮੇਰੇ ਪੁੱਤ ਧੀ ਖਾਣਗੇ। ਔਰ ਇਸੇ ਤਰ੍ਹਾਂ ਹੀ ਜਦੋਂ ਅਸੀਂ ਇਹ ਮਿਹਨਤ ਕਰਾਂਗੇ, ਸਿਮਰਨ ਕਰਾਂਗੇ, ਸਾਨੂੰ ਫਿਰ ਇਹਦਾ ਫਲ ਪ੍ਰਾਪਤ ਹੋਣਾ। ਸਾਨੂੰ ਮਨ ਦੀ ਖੁਰਾਕ, ਮਨ ਦਾ ਭੋਜਨ ਮਿਲੇਗਾ। ਸਾਨੂੰ ਜਿਹੜਾ ਨਾਮ ਹੈ, ਸਾਨੂੰ ਨਾਮ ਦੀ ਪ੍ਰਾਪਤੀ ਹੋਏਗੀ, ਸਾਨੂੰ ਆਪਣੇ ਘਰ ਦੀ ਪ੍ਰਾਪਤੀ ਹੋਏਗੀ, ਅਤੇ ਅੰਤ ਸਮੇਂ ਮਾਲਕ ਸਾਨੂੰ ਇਹ ਜਮਾਂ ਦੇ ਮਾਰਗ 'ਤੇ ਨਹੀਂ ਜਾਣ ਦੇਗਾ, ਸਾਨੂੰ ਛਡਾ ਲੇਗਾ। ਜੇ ਅਸੀਂ ਉਦਮ ਕਰਾਂਗੇ। ਜੇ ਹੁਣ ਅਸੀਂ ਉਦਮ ਹੀ ਨਹੀਂ ਕਰਾਂਗੇ
ਤੇ ਫਿਰ ਸਾਨੂੰ ਫਲ ਦੀ ਵੀ ਕੀ ਪ੍ਰਾਪਤੀ ਹੋਣੀ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਆਪਦੇ ਕਾਰਜ ਦੇ ਵਿੱਚ ਤੁਸੀਂ ਆਲਸ ਨਾ ਕਰੋ, ਵੀ ਜਿਹੜਾ ਸਿਮਰਨ ਕਰਕੇ ਸਾਨੂੰ ਇਸ ਲੋਕ 'ਚ ਵੀ ਸੁੱਖ ਮਿਲਣਾ ਤੇ ਸਾਨੂੰ ਦਰਗਾਹ ਦੇ ਵਿੱਚ ਵੀ ਥਾਂ ਮਿਲਣੀ, ਸਾਡਾ ਦਰਗਾਹ ਦੇ ਵਿੱਚ ਵੀ ਮੁੱਖ ਉਜਲ ਹੋਣਾ। ਫਿਰ ਮਹਾਰਾਜ ਕਹਿੰਦੇ ਵੀ ਆਪਦੇ ਕਾਰਜ ਦੇ ਵਿੱਚ ਕਾਹਦੇ ਲਈ ਢਿੱਲ ਵਰਤਦੇ ਹੋ, ਕਾਹਦੇ ਲਈ ਆਲਸ ਕਰਦੇ। ਫਰਮਾਉਂਦੇ ਨੇ ਆਪਣੇ ਕਾਰਜ ਕੋ ਕਿਉਂ ਲਕਾਈਏ, ਜਿਤ ਸਿਮਰਨ ਦਰਗਾਹ ਮੁਖ ਉਜਲ ਸਦਾ ਸਦਾ ਸੁਖ ਪਾਈਏ। ਵੀ ਜਿਹੜਾ ਸਿਮਰਨ ਕਰਨ ਦੇ ਨਾਲ ਸਾਨੂੰ ਸਦਾ ਸੁੱਖ ਦੀ ਪ੍ਰਾਪਤੀ ਹੋਣੀ, ਵੀ ਉਹਦੇ ਵਿੱਚ ਅਲਕਾਉਣਾ ਕੀ। ਵੀ ਤੁਸੀਂ ਆਲਸ ਕਾਹਤੋਂ ਕਰਦੇ ਹੋ, ਦਲਿੱਦਰ ਕਾਹਤੋਂ ਕਰਦੇ ਹੋ। ਹੜ ਮਰਨੇ ਜਿਹੜਾ ਉਹ ਕੀ ਕਰਦਾ, ਵੀ ਅਗਿਆਨਤਾ ਬਸ ਹੋਣ ਕਰਕੇ ਜਿਹੜਾ ਤਾਂ ਚੰਗਾ ਕੰਮ ਹੈ ਉਹਦੇ ਵਿੱਚ ਆਲਕ ਕਰਦਾ, ਆਲਸ ਕਰਦਾ। ਜਦੋਂ ਵਰਿਆਈ ਕਰਨੀ ਹੁੰਦੀ ਉਦੋਂ ਸ਼ੇਰ ਬਣ ਜਾਂਦਾ, ਜਦੋਂ ਦਾ ਸਿਮਰਨ ਕਰਨਾ ਉਦੋਂ ਆਲਸ ਹੈ, ਸੰਗਤ ਵਾਸਤੇ ਆਲਸ ਹੈ। ਅਤੇ ਜੇ ਕਿਸੇ ਦੀ ਨਿੰਦਿਆ ਕਰਨੀ ਹੋਵੇ, ਇਸੇ ਨਾਲ ਵੈਰ ਵਿਰੋਧ ਦੀ ਗੱਲ ਕਰਨੀ ਹੋਵੇ, ਉਦੋਂ ਬੜਾ ਸ਼ੇਰ ਬਣ ਜਾਂਦਾ। ਮਹਾਰਾਜ ਕਹਿੰਦੇ ਇਸ ਲਈ ਫਰਮਾਉਂਦੇ ਚੰਗਿਆਈ ਆਲਕ ਕਰੇ ਬਰਿਆਈ ਹੋਈ ਸ਼ੇਰ। ਬਈ ਜਦੋਂ ਤਾਂ ਚੰਗਾ ਕੰਮ ਕਰਨਾ ਉਦੋਂ ਤਾਂ ਆਲਕ ਕਰਦਾ, ਆਲਸ ਕਰਤ। ਸਿਮਰਨ ਕਰਨ ਵੇਲੇ ਇਹਨੂੰ ਬੜੀ ਆਲਸ ਪੈਂਦੀ, ਬਰਿਆਈ ਵੇਲੇ ਮਹਾਰਾਜ ਕਹਿੰਦੇ ਸ਼ੇਰ ਬਣ ਜਾਂਦਾ। ਉਦੋਂ ਫਿਰ ਇਹ ਬੜਾ ਉੱਚੀ ਉੱਚੀ ਬੋਲਦਾ, ਕਿਸੇ ਨਾਲ ਝਗੜਨਾ ਹੋਵੇ ਉਦੋਂ ਸ਼ੇਰ ਬਣ ਜਾਂਦਾ, ਸਿਮਰਨ ਵੇਲੇ ਆਲਸ ਕਰਤ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਣੇ ਕਾਰਜ ਵਾਸਤੇ ਸ਼ੇਰ ਬਣੋ। ਬਈ ਬਰਿਆਈ ਵਾਸਤੇ ਤਾਂ ਸਗਾ ਤੇ ਆਲਕ ਕਰੋ, ਪਰ ਇਹਦਾ ਪੁੱਠਾ ਹੋਇਆ ਹੋਇਆ ਖੇਲ। ਬਈ ਜਦੋਂ ਤਾਂ ਬਰਿਆਈ ਕਰਨੀ ਉਦੋਂ ਤਾਂ ਸਗਾ ਤੇ ਆਲਸ ਆਵੇ, ਵੀ ਕਾਹਦੇ ਵਾਸਤੇ ਕਰਨੀ, ਛੱਡੋ। ਜਦੋਂ ਚੰਗਿਆਈ ਕਰਨੀ ਉਦੋਂ ਤਾਂ ਇਹਨੂੰ ਸ਼ੇਰ ਬਣਨਾ ਚਾਹੀਦਾ, ਪਰ ਇਹਦਾ ਪੁੱਠਾ ਉਲਟ ਚੱਲਦਾ। ਮਹਾਰਾਜ ਤਾਂਹੀਓ ਕਹਿੰਦੇ ਮਾਇਆ ਮੋਹਿਓ ਟੇਢੋ ਜਾਤ, ਵੀ ਮਾਇਆ ਦਾ ਮੋਹਿਆ ਹੋਇਆ ਇਹ ਟੇਢਾ ਚੱਲਦਾ, ਪੁੱਠਾ ਚੱਲਦਾ, ਉਲਟ ਚੱਲਦਾ। ਵੀ ਜਿਹੜੀ ਤਾਂ ਸੱਚੀ ਗੱਲ ਇਹਨੂੰ ਰੱਤੀ ਭਰ ਨਹੀਂ ਲੱਗਦੀ। ਜਿਹੜਾ ਝੂਠ ਹੈ ਝੂਠ ਨੂੰ ਸੱਚ ਕਰਕੇ ਮੰਨ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਰਮਾਉਂਦੇ ਝੂਠ ਬਾਤ ਸਾ ਸੱਚ ਕਰ ਜਾਤੀ, ਸੱਚ ਹੋਵੇ ਸੋ ਲਗੇ ਨਾ ਰਤੀ। ਵੀ ਜਿਹੜਾ ਤਾਂ ਸੱਚ ਹੈ ਉਹ ਸੱਚ ਨਹੀਂ ਰਤੀ, ਪਰ ਵੀ ਇਹਨੂੰ ਮਹਿਸੂਸ ਹੁੰਦਾ। ਜਿਹੜਾ ਝੂਠ ਹੈ ਝੂਠ ਨੂੰ ਬੜਾ ਸੱਚ ਕਰਕੇ ਮੰਨ ਲੈਂਦਾ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਆਪਦੇ ਕਾਰਜ ਦੇ ਵਿੱਚ ਢਿੱਲ ਨਾ ਵਰਤੋ, ਆਲਸ ਨਾ ਕਰੋ, ਵੀ ਇਹਦੇ ਵਾਸਤੇ ਉੱਦਮ ਕਰੋ। ਜਦੋਂ ਅਸੀਂ ਉੱਦਮ ਕਰਾਂਗੇ, ਮਨ ਵਾਸਤੇ ਮਿਹਨਤ ਕਰਾਂਗੇ, ਅਤੇ ਅਸੀਂ ਲਾਹਾ ਖੱਟ ਕੇ ਜਾਵਾਂਗੇ। ਇਹ ਰੋਜ਼ ਦੀ ਰੋਜ਼ ਦਾ ਖੇਲ ਹੈ। ਆਪਾਂ ਰੋਜ਼ ਆਉਂਦੇ ਹਾਂ ਪਰਦੇਸ ਦੇ ਵਿੱਚ, ਸਾਨੂੰ ਸਾਡਾ ਮਾਤਾ ਪਿਤਾ ਧਨ ਦੇ ਕੇ ਭੇਜਦੇ ਸਵਾਸਾਂ ਦਾ। ਸਾਡੇ ਸਵਾਸਾਂ ਦੇ ਬਦਲੇ ਅਸੀਂ ਇੱਥੇ ਕਮਾਈ ਕਰਨੀ ਹੁੰਦੀ। ਜੇ ਤਾਂ ਅਸੀਂ ਆਪਦਾ ਧਨ ਮਾਲਕ ਦੀ ਯਾਦ ਦੇ ਵਿੱਚ ਸਿਮਰਨ ਕਰਕੇ ਲੰਘਾਉਂਦੇ ਹਾਂ, ਫਿਰ ਤਾਂ ਅਸੀਂ ਇੱਥੋਂ ਲਾਹਾ ਕੱਟ ਕੇ ਜਾਂਦੇ। ਜੇ ਅਸੀਂ ਇੱਧਰ ਤ੍ਰੈ ਗੁਣਾਂ ਦੇ ਵਿੱਚ ਹੀ ਸਾਰਾ ਧਨ ਖਰਚ ਕਰੀ ਜਾਂਦੇ ਹਾਂ, ਫਿਰ ਅਸੀਂ ਧਨ ਸਾਰਾ ਵਿਅਰਥ ਖਰਾਬ ਕਰਕੇ ਇੱਧਰੋਂ ਵਾਪਸ ਜਾਂਦੇ, ਅਤੇ ਘਰ ਗਿਆਂ ਨੂੰ ਝਟਕਾਂ ਮਿਲਦੀਆਂ ਵੀ ਇੰਨਾ ਕੀਮਤੀ ਧਨ ਲੈ ਕੇ ਗਏ ਸੀ, ਜਿਹਦਾ ਇਸ ਲੋਕ ਦੇ ਵਿੱਚ ਕੋਈ ਮੁੱਲ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਬਈ ਅਮੁੱਲ ਧਨ ਤੇ ਉੱਧਰ ਜਾ ਕੇ ਕੌਡੀਆਂ 'ਤੇ ਭਾਅ ਖਰਚ ਕਰੀਏ। ਸੋ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਹੁਣ ਵੇਲਾ, ਹੁਣ ਮੌਕਾ ਸੀ,
ਹੁਣ ਬਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਗਿਆ ਖਾਈ। ਬਈ ਹੁਣ ਬਤਰ ਸੀ, ਹੁਣ ਵੇਲਾ ਸੀ, ਜੇ ਹੁਣ ਨਹੀਂ ਨਾਮ ਦੀ ਕਮਾਈ ਕਰੋਗੇ ਤਾਂ ਫਿਰ ਭੁੱਖੇ ਕੀ ਖਾਓਗੇ। ਜਿਵੇਂ ਬੱਚਾ ਹੁੰਦਾ ਮਾਂ ਪਿਓ ਉਹਨੂੰ ਸਮਝਾਉਂਦੇ ਵੀ ਹੁਣ ਤੋਂ ਬਹੁਤ ਵੱਡਾ ਹੋ ਚੱਲਿਆ, ਕਮਾਈ ਕਰ, ਕੋਈ ਕੰਮ ਕਰ। ਜੇ ਤੂੰ ਹੁਣ ਕੋਈ ਕੰਮ ਕਾਰ ਨਹੀਂ ਕਰੇਗਾ ਤੇ ਫਿਰ ਤੂੰ ਅੱਗੇ ਭੁੱਖਾ ਖਾਏਗਾ ਕੀ। ਹੁਣ ਇਸੇ ਤਰ੍ਹਾਂ ਹੀ ਸਾਡਾ ਮਾਤਾ ਪਿਤਾ ਸਾਨੂੰ ਸਮਝਾਉਂਦੇ ਵੀ ਪੁੱਤ ਤੂੰ ਆਪਦੇ ਵਾਸਤੇ ਕਮਾਈ ਕਰ, ਜੇ ਤੂੰ ਕਮਾਈ ਨਹੀਂ ਕਰੇਗਾ ਫਿਰ ਤੂੰ ਭੁੱਖਾ ਅੱਗੇ ਕੀ ਖਾਏਗਾ। ਹੁਣ ਇਸ ਵਾਸਤੇ ਫਿਰ ਅਸੀਂ ਜਦੋਂ ਇੱਥੇ ਸਿਮਰਨ ਕਰਦੇ ਹਾਂ ਫਿਰ ਅਸੀਂ ਇੱਥੋਂ ਦਿਹਾੜੀ ਲਾਹ ਖੱਟ ਕੇ ਜਾਂਦੇ। ਮਹਾਰਾਜ ਤਾਈਓ ਸਾਨੂੰ ਰੋਜ਼ ਸਮਝਾਉਂਦੇ ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ। ਵੀ ਇੱਥੇ ਵੱਧ ਤੋਂ ਵੱਧ ਸਿਮਰਨ ਕਰਿਓ ਅਤੇ ਦਿਹਾੜੀ ਲਾਹ ਖੱਟ ਕੇ ਵਾਪਸ ਜਾਏ। ਜਦੋਂ ਅਸੀਂ ਚੰਗੀ ਕਮਾਈ ਕੀਤੀ ਹੋਏਗੀ ਅਤੇ ਅਸੀਂ ਖੁਸ਼ੀ ਖੁਸ਼ੀ ਆਪਦੇ ਘਰ ਵਾਪਸ ਜਾਵਾਂਗੇ ਵੀ ਕਮਾਈ ਕਰਕੇ ਆਏ। ਫਿਰ ਅੱਗੇ ਗਿਆਨ ਨੂੰ ਮਾਲਕ ਵੀ ਸ਼ਾਬਾਸ਼ ਦਿੰਦੇ ਅਤੇ ਫਿਰ ਕਹਿੰਦੇ ਵੀ ਇਹ ਬੱਚਾ ਕਮਾਈ ਕਰਕੇ ਆਇਆ, ਪਰਦੇਸ ਗਿਆ ਸੀ, ਇਹਨਾਂ ਨੂੰ ਭੋਜਨ ਦੇਵੋ। ਫਿਰ ਉੱਥੇ ਮਨ ਨੂੰ ਭੋਜਨ ਦਿੱਤਾ ਜਾਂਦਾ, ਅੰਮ੍ਰਿਤ। ਜੇ ਹੁਣ ਅਸੀਂ ਕਮਾਈ ਨਹੀਂ ਕਰਾਂਗੇ ਅਤੇ ਫਿਰ ਅਸੀਂ ਭੁੱਖੇ ਖਾਵਾਂਗੇ ਕੀ ਉੱਥੇ। ਫਿਰ ਤਾਂ ਸਾਨੂੰ ਸਮਝਾਉਂਦੇ ਵੀ ਜਿਵੇਂ ਤਨ ਵਾਸਤੇ ਕਰਦੇ ਇਸੇ ਤਰ੍ਹਾਂ ਨਾਲ ਨਾਲ ਮਨ ਵਾਸਤੇ ਵੀ ਕਰ। ਜਿਵੇਂ ਤਨ ਵਾਸਤੇ ਉੱਦਮ ਕਰਦੇ ਹੋ, ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਖੇਤੀਬਾੜੀ ਕਰਦਾ, ਕਿੰਨੀ ਆਪਾਂ ਮਿਹਨਤ ਕਰਦੇ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਮਨ ਵਾਸਤੇ ਕਰੋ ਤੁਸੀਂ ਮਿਹਨਤ। ਅਤੇ ਸਾਰੇ ਉੱਦਮਾਂ ਦੇ ਨਾਲੋਂ ਉੱਦਮ ਹੀ ਭਲਾ ਹੈ, ਚੰਗਾ ਹੈ ਪਰਮਾਤਮਾ ਦਾ ਸਿਮਰਨ ਕਰਨਾ। ਸਗਲ ਉੱਦਮ ਅਤੇ ਉੱਦਮ ਭਲਾ ਹਰਿ ਕਾ ਨਾਮ ਜਪੋ ਜੀ ਸਦਾ। ਬਈ ਸਾਰਿਆਂ ਉੱਦਮਾਂ ਦੇ ਨਾਲੋਂ ਇਹ ਚੰਗਾ ਉੱਦਮ ਹੈ ਪਰਮਾਤਮਾ ਦਾ ਸਿਮਰਨ ਕਰਨਾ। ਇਹ ਸਾਰੇ ਉੱਦਮਾਂ ਦੇ ਨਾਲੋਂ ਭਲਾ ਉੱਦਮ। ਹੁਣ ਅਸੀਂ ਇਹ ਉੱਦਮ ਕਰਨਾ। ਜਦੋਂ ਅਸੀਂ ਇਹ ਉੱਦਮ ਕਰਾਂਗੇ ਫਿਰ ਸਾਡੇ ਮਨ ਦਾ ਸੁਭਾਅ ਬਣ ਜਾਏਗਾ। ਇਹ ਸਹਿ ਸਿਮਰਨ ਹੁੰਦਾ ਰਹਿੰਦਾ ਜਦੋਂ ਇਹਦਾ ਸੁਭਾਅ ਬਣ ਜਾਂਦਾ। ਜਦ ਤੱਕ ਸਾਡਾ ਸੁਭਾਅ ਨਹੀਂ ਬਣਦਾ ਉਹਨਾਂ ਸਮਾਂ ਸਾਨੂੰ ਉੱਦਮ ਕਰਨ ਦੀ ਲੋੜ ਵੀ ਤਾਂ ਕਿ ਇੱਕ ਵਾਰ ਸਾਡੇ ਹਿਰਦੇ ਵਿੱਚ ਵਸ ਜਾਵੇ। ਸਿਮਰਨ ਜਿਹੜਾ ਇਹ ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਕਹਿੰਦੇ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ। ਮਹਾਰਾਜ ਕਹਿੰਦੇ ਸਦਾ ਹੀ ਧਿਆਵੋ ਅਤੇ ਉੱਠਦੇ ਬਹਿੰਦੇ ਸਾਸ ਗਿਰਾਸ ਧਿਆਵੋ। ਜਦੋਂ ਅਸੀਂ ਇਹ ਬਹਿੰਦੇ ਉੱਠਦੇ ਧਿਆਵਾਂਗੇ ਤਾਂ ਸਾਡਾ ਸੁਭਾਅ ਬਣ ਜਾਏਗਾ। ਜਦੋਂ ਸਾਡਾ ਸੁਭਾਅ ਬਣ ਗਿਆ ਫਿਰ ਸਹਿ ਸੁਭਾਈ ਹੁੰਦਾ ਰਹਿਣਾ ਸਿਮਰਨ। ਜਦੋਂ ਸਾਡੇ ਹਿਰਦੇ 'ਚ ਵਸ ਗਿਆ, ਜਦ ਤੱਕ ਵਸਿਆ ਨਹੀਂ ਉਹਨਾਂ ਸਮਾਂ ਅਸੀਂ ਭੁੱਲ ਜਾਂਦੇ। ਜਦੋਂ ਅਸੀਂ ਭੁੱਲ ਜਾਂਦੇ ਤਾਂਹੀਓ ਸਾਨੂੰ ਭੁੱਲਿਆਂ ਨੂੰ ਵਾਰ ਵਾਰ ਚੇਤੇ ਕਰਾਉਂਦੇ। ਫਿਰ ਮਹਾਰਾਜ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਬਈ ਇਹਨੂੰ ਭੁੱਲੇ ਹੋਏ ਮਨ ਨੂੰ ਸਮਝਾਉਣਾ। ਹੁਣ ਇਹਨੂੰ ਰੋਜ਼ ਸਮਝਾਉਂਦੇ ਆ, ਇਹ ਰੋਜ਼ ਸਮਝਾਉਣ ਦੇ ਬਾਵਜੂਦ ਵੀ ਫਿਰ ਭੁੱਲ ਜਾਂਦਾ। ਇਹ ਫਿਰ ਮੂਰਖ ਬਣ ਜਾਂਦਾ, ਇਹ ਫਿਰ ਨਹੀਂ ਸਮਝਦਾ। ਜਿਹੜੇ ਜੀਵ ਹੁਣ ਸੰਗਤ ਕਰਦੇ ਹੀ ਨਹੀਂ, ਜਿਨ੍ਹਾਂ ਨੇ ਕਦੇ ਸੰਗਤ ਕੀਤੀ ਹੋਈ ਨਹੀਂ, ਜਿਨ੍ਹਾਂ ਨੇ ਕਦੇ ਸਮਝਾਇਆ ਹੀ ਨਹੀਂ, ਫਿਰ ਉਹਨਾਂ ਦਾ ਮਨ ਕਿੱਥੋਂ ਰੁਕਦਾ ਹੋਏਗਾ। ਮਹਾਰਾਜ ਤਾਈਓ ਫਰਮਾਉਂਦੇ ਮਨ ਮੂਰਖ ਅਜੂ ਨਾ ਸਮਝਤ ਸਿੱਖ ਦੇ ਹਾਰਿਓ ਨੀਤ। ਬਈ ਮਨ ਐਡਾ ਮੂਰਖ ਹੋਇਆ ਹੋਇਆ, ਇਹਨੂੰ ਰੋਜ਼ ਸਿੱਖਿਆ ਦਿੰਦੇ ਹਾਂ ਅਤੇ ਫਿਰ ਨਹੀਂ ਸਮਝਦਾ, ਫਿਰ ਭੁੱਲ ਜਾਂਦਾ, ਫਿਰ ਵਿਸਰ ਜਾਂਦਾ, ਫਿਰ ਬੇਮੁਖ ਹੋ ਜਾਂਦਾ। ਹੁਣ ਤਾਈਓ ਫਿਰ ਮਨ ਨੂੰ ਵਾਰ ਵਾਰ ਸਮਝਾਇਆ ਜਾਂਦਾ ਵੀ ਤਾਂ ਕਿ ਇਹ ਮਨ ਦੇ ਅੰਦਰ ਸਾਡੇ ਹਿਰਦੇ ਵਿੱਚ ਇਹ ਗੱਲ ਵਸ ਜੇ। ਬਈ ਮਾਲਕ ਸਾਡੇ ਹਿਰਦੇ 'ਚ ਵਸ ਜੇ, ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ।
ਤਾਂਹੀਓ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਹਰ ਮਨ ਵਸੇ ਤਾਂ ਹਰ ਵਿਸਰ ਨਾ ਜਾਏ। ਵੀ ਜੇ ਗੁਰੂ ਦਾ ਸ਼ਬਦ ਸਾਡੇ ਮਨ 'ਚ ਵਸ ਜੇਗਾ ਤੇ ਸਾਨੂੰ ਮਾਲਕ ਭੁੱਲਣਾ ਹੀ। ਭੁੱਲਦਾ ਸਾਨੂੰ ਉਦੋਂ ਜਦੋਂ ਸਾਡੇ ਹਿਰਦੇ 'ਚ ਨਹੀਂ ਵਸਦਾ। ਸੋ ਤਾਂਹੀਓ ਫਿਰ ਆਪਾਂ ਨੂੰ ਕਹਿੰਦੇ ਵੀ ਹਿਰਦੇ 'ਚ ਵਸਾਓ। ਜਿਨ੍ਹਾਂ ਨੇ ਹਿਰਦੇ 'ਚ ਵਸਾ ਲਿਆ ਉਹਨਾਂ ਨੇ ਫਿਰ ਜਿਹੜੀ ਅਮਰ ਪਦਵੀ ਸੀ ਉਹਦੀ ਪ੍ਰਾਪਤੀ ਕੀਤੀ। ਮਹਾਰਾਜ ਤਾਂਹੀਓ ਫਰਮਾਉਂਦੇ ਮੁਖੋਂ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੇ ਹਿਰਦੇ ਵਸਿਆ ਮੁਖ ਮੁਕਤ ਤਿਨ ਪਾਇਆ। ਵੀ ਉਹ ਵਿਰਲੇ ਨੇ ਜਿਹੜੇ ਹਿਰਦੇ 'ਚ ਵਸਾਉਂਦੇ, ਮੁੱਖ ਤੋਂ ਤਾਂ ਬਹੁਤ ਕਰਦੇ ਪਰ ਮਹਾਰਾਜ ਕਹਿੰਦੇ ਵਿਰਲਿਆਂ ਨੇ ਹਿਰਦੇ 'ਚ ਵਸਾਇਆ। ਅਤੇ ਜਿਨ੍ਹਾਂ ਨੇ ਹਿਰਦੇ 'ਚ ਵਸਾਇਆ ਉਹਨਾਂ ਨੂੰ ਮੁਕਤੀ ਮਿਲ ਗਈ। ਉਹਨਾਂ ਨੇ ਮੋਖ ਦੇ ਦਵਾਰ 'ਤੇ ਚਲੇ ਗਏ, ਉਹ ਆਪਣੇ ਘਰ ਚਲੇ ਗਏ। ਹੁਣ ਤਾਂਹੀਓ ਸਾਨੂੰ ਸਮਝਾਉਂਦੇ ਵੀ ਹਿਰਦੇ 'ਚ ਵਸਾਓ। ਅਤੇ ਵਸਣਾ ਫੇਰ ਹੀ ਹੈ ਜਦੋਂ ਅਸੀਂ ਵਾਰ ਵਾਰ ਚੇਤੇ ਕਰਾਂਗੇ, ਵਾਰ ਵਾਰ ਅਸੀਂ ਸਿਮਰਨ ਕਰਾਂਗੇ। ਮਨ ਭੁੱਲਦਾ ਭੁੱਲੇ ਹੋਏ ਨੂੰ ਫਿਰ ਸਮਝਾਵਾਂਗੇ। ਸ਼ਬਦ ਦੇ ਆਸਰੇ ਦੁਆਰਾ ਭੁੱਲਾ ਮਨ ਸਮਝੇ ਗੁਰ ਸ਼ਬਦੀ। ਵੀ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਦੁਆਰਾ ਸਮਝਦਾ। ਹੁਣ ਇਹਨੂੰ ਵਾਰ ਵਾਰ ਸਮਝਾਉਣਾ ਭੁੱਲੇ ਨੂੰ। ਜਦੋਂ ਵਾਰ ਵਾਰ ਸਮਝਾਵਾਂਗੇ ਫਿਰ ਸਾਡੇ ਮਨ ਦੇ ਵਿੱਚ ਵਸ ਜੇਗਾ। ਜਦੋਂ ਵਸ ਗਿਆ ਤਾਂ ਸਾਨੂੰ ਫਿਰ ਭੁੱਲਣਾ ਨਹੀਂ, ਸਾਨੂੰ ਵਿਸਰਨਾ ਨਹੀਂ। ਸੋ ਤਾਂ ਕਰਕੇ ਫਿਰ ਆਪਣੇ ਹਿਰਦੇ 'ਚ ਵਸ ਜੇ ਉਹਦੇ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਵਾਰ ਵਾਰ ਸਿਮਰਨ ਕਰ। ਉਚਰੋ ਰਾਮ ਨਾਮ ਲਖ ਵਰੀਆ। ਵੀ ਲੱਖਾਂ ਵਾਰ ਉਚਾਰਨ ਕਰੋ, ਵਾਰ ਵਾਰ ਸਿਮਰਨ ਕਰੋ ਤਾਂ ਕਿ ਸਾਡੇ ਮਨ 'ਚ ਵਸ ਜੀ। ਜਦੋਂ ਅਸੀਂ ਵਾਰ ਵਾਰ ਦ੍ਰਿੜ ਕਰਾਂਗੇ ਫਿਰ ਸਾਡੇ ਹਿਰਦੇ 'ਚ ਸਾਡੇ ਅੰਦਰ ਫਿਰ ਆਪਣੇ ਆਪ ਚੱਲ ਪੈਂਦੇ। ਜਿਵੇਂ ਹੁਣ ਇਹ ਵਿਚਾਰ ਸਾਡੇ ਅੰਦਰ ਚੱਲਦੇ, ਇਹ ਵਿਚਾਰਾਂ ਨੂੰ ਮਾਇਆ ਕਹਿੰਦੇ। ਮਾਇਆ ਨੂੰ ਅਸੀਂ ਦ੍ਰਿੜ ਕਰ ਲਿਆ। ਹੁਣ ਜਦੋਂ ਇਹ ਮਾਇਆ ਸਾਨੂੰ ਦ੍ਰਿੜ ਹੋ ਜਾਂਦੀ ਫਿਰ ਜ਼ਰੂਰੀ ਨਹੀਂ ਵੀ ਆਪਾਂ ਮੁੱਖ ਤੋਂ ਬੋਲੀਏ। ਚਾਹੇ ਮੁੱਖ ਕਰਕੇ ਆਪਾਂ ਚੁੱਪ ਵੀ ਬੈਠੇ ਹਾਂ, ਉਹ ਵਿਚਾਰ ਪੁਰਨੇ ਸਾਡੇ ਅੰਦਰ ਫਿਰ ਵੀ ਚੱਲੀ ਜਾਂਦੇ। ਜਿਵੇਂ ਹੁਣ ਸਾਡੇ ਅੰਦਰ ਆਪ ਮੁਹਾਰੇ ਫੁਰਨੇ ਚੱਲਦੇ, ਚਾਹੇ ਅਸੀਂ ਮੁੱਖ ਤੋਂ ਨਹੀਂ ਵੀ ਬੋਲਦੇ ਤਾਂ ਵੀ ਵਿਚਾਰ ਚੱਲਦੇ। ਹੁਣ ਇਸੇ ਤਰ੍ਹਾਂ ਹੀ ਜਦੋਂ ਸਾਡੇ ਹਿਰਦੇ 'ਚ ਗੁਰਮੰਤਰ ਵਸ ਜੇ ਫਿਰ ਜੇ ਅਸੀਂ ਮੁੱਖ ਤੋਂ ਨਹੀਂ ਵੀ ਬੋਲਦੇ, ਚੁੱਪ ਕਰਕੇ ਬੈਠੇ ਹਾਂ ਅਤੇ ਸਿਮਰਨ ਸਾਡੇ ਅੰਦਰ ਚੱਲੀ ਜਾਣ, ਕਿਉਂਕਿ ਉਹ ਸਾਡੇ ਅੰਦਰ ਵਸ ਗਿਆ। ਹੁਣ ਸਾਡੇ ਅੰਦਰ ਵਿਚਾਰ ਵਸੇ ਨੇ, ਮਾਇਆ ਵਸੀ ਹੈ, ਤਾਂ ਕਰਕੇ ਵਿਚਾਰ ਸਾਡੇ ਅੰਦਰ ਦ੍ਰਿੜ ਹੋਏ ਨੇ ਅਤੇ ਉਹ ਸਾਡੇ ਅੰਦਰ ਚੱਲੀ ਜਾਂਦੇ। ਜਦੋਂ ਹੁਣ ਅਸੀਂ ਗੁਰਮੰਤਰ ਨੂੰ ਦ੍ਰਿੜ ਕਰਾਂਗੇ ਅਤੇ ਫਿਰ ਇਹ ਸਾਡੇ ਅੰਦਰ ਵਸ ਜੇ। ਜਿਹੜੀ ਚੀਜ਼ ਸਾਡੇ ਅੰਦਰ ਵਸ ਜਾਂਦੀ ਉਹ ਫਿਰ ਮੁੱਖ ਰਾਹੀਂ ਅੰਦਰੋਂ ਬਾਹਰ ਨਿਕਲਦੀ। ਮਹਾਰਾਜ ਕਹਿੰਦੇ ਵੀ ਜਿਹੜਾ ਮੁੱਖ ਸੁਪਨੇ ਦੇ ਵਿੱਚ ਬਰੜਾ ਕੇ ਵੀ ਰਾਮ ਕਹਿੰਦਾ, ਵਾਹਿਗੁਰੂ ਕਹਿੰਦਾ। ਬਾਬਾ ਕਬੀਰ ਜੀ ਕਹਿੰਦੇ ਵੀ ਮੇਰੇ ਤਨ ਦੇ ਚੰਮ ਦੀ ਜੁੱਤੀ ਬਣਾ ਕੇ ਵੀ ਉਹਦੇ ਪੈਰਾਂ 'ਚ ਪਾਤੀ। ਇੰਨੀ ਜ਼ਿਆਦਾ ਉਹਨੂੰ ਵਡਿਆਈ ਦਿੰਦੇ। ਰਮਾਉਂਦੇ ਕਬੀਰ ਸੁਪਨੇ ਹੂੰ ਬਰੜਾਏ ਕੇ ਜੈ ਮੁਖ ਨਿਕਸੇ ਰਾਮ ਤਾਕੇ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਵੀ ਉਹਦੇ ਪੈਰਾਂ ਦੀ ਜੁੱਤੀ ਮੇਰੇ ਚੰਮ ਦੀ ਹੋਵੇ। ਵੀ ਜਿਹੜਾ ਸੁਪਨੇ ਦੇ ਵਿੱਚ ਬਰੜਾ ਕੇ ਵੀ ਵਾਹਿਗੁਰੂ ਕਹਿੰਦਾ, ਹੁਣ ਬਰੜਾ ਕੇ ਕਹੇਗਾ ਕੌਣ? ਜਿਹੜਾ ਦ੍ਰਿੜ ਕਰਦਾ। ਜਿਵੇਂ ਆਪਾਂ ਕਈ ਵਾਰ ਦੇਖਦੇ ਨਾ ਵੀ ਬੱਚੇ ਜਾਂ ਕਈ ਸਿਆਣੇ ਵੀ ਸੁੱਤੇ ਪਏ ਪੜ੍ਹਾਉਂਦੇ, ਸੁੱਤੇ ਪਏ ਬੋਲੀ ਜਾਂਦੇ ਕੁਛ ਨਾ ਕੁਛ। ਹੁਣ ਉਹ ਕੀ ਬੋਲਦੇ? ਉਹ ਬੋਲਦੇ ਜੋ ਚੀਜ਼ ਉਹਨਾਂ ਨੇ ਦ੍ਰਿੜ ਕੀਤੀ। ਦਿਨ ਦੇ ਸਮੇਂ ਜਿਹੜੀ ਚੀਜ਼ ਉਹ ਕਰਦੇ ਉਹ ਉਹਨਾਂ ਦੇ ਮੁੱਖ ਦੇ ਵਿੱਚੋਂ ਫਿਰ ਉਵੇਂ ਹੀ ਆਵਾਜ਼ਾਂ ਨਿਕਲਦੀ, ਕਿਉਂਕਿ ਉਹਨਾਂ ਨੇ ਉਹ ਚੀਜ਼ ਨੂੰ ਅੰਦਰ ਵਸਾ ਲਿਆ।
ਉਹ ਤਾਂ ਕਰਕੇ ਫਿਰ ਆਪਾਂ ਕਹਿੰਦੇ ਵੀ ਇਹ ਬੜਾਉਂਦਾ, ਸੁੱਤਾ ਪਿਆ ਬੜਾਈ ਜੰਤ। ਔਰ ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਉਹਨਾਂ ਦੇ ਮੁਖ 'ਚੋਂ ਸੁੱਤੇ ਪਿਆਂ ਦੇ ਵੀ ਵਾਹਿਗੁਰੂ ਵਾਹਿਗੁਰੂ ਨਿਕਲ, ਕਿਉਂਕਿ ਉਹਨਾਂ ਦੇ ਅੰਦਰ ਵਸਿਆ ਹੋਇਆ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਡੇ ਅੰਦਰ ਵਸ ਜੇਗਾ, ਫਿਰ ਸਰੀਰ ਦੀ ਚਾਹੇ ਜਿੱਦਾਂ ਦੀ ਮਰਜ਼ੀ ਹਾਲਤ ਹੋ ਜਾਵੇ, ਫਿਰ ਇਹ ਸਿਮਰਨ ਨਹੀਂ ਸਾਨੂੰ ਭੁੱਲੇਗਾ। ਇਹ ਸਹਿਜ ਸੁਭਾਅ ਸਾਡੇ ਅੰਦਰ ਸਿਮਰਨ ਚੱਲਦਾ ਹੀ ਰਹਿਣਾ। ਮੁਖ ਤੋਂ ਚਾਹੇ ਸਾਤੋਂ ਨਾਂ ਵੀ ਬੋਲਿਆ ਜਾਵੇ, ਸਾਡੇ ਜਦੋਂ ਅੰਦਰ ਵਸ ਗਿਆ ਸਾਡੇ ਰੋਮ ਰੋਮ ਚੱਲ ਪੈਣਾ ਸਿਮਰਨ। ਮਹਾਰਾਜ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੇ ਗੁਰਮੁਖ ਉਹ ਫਿਰ ਰੋਮ ਰੋਮ ਤੇ ਆਉਂਦੇ ਮਾਲਕ ਫਰਮਾਉਂਦੇ, ਗੁਰਮੁਖ ਰੋਮ ਰੋਮ ਹਰ ਧਿਆਵੇ। ਵੀ ਆਪਣੀ ਤਾਂ ਇੱਕ ਜੀਵ ਹੈ, ਉਹਨਾਂ ਦੇ ਲੱਖਾਂ ਜੀਵਾਂ ਬਣ ਜਾਂਦੀ, ਇੱਕ ਦੂ ਜੀਵੋ ਲੱਖ ਹੋਈ। ਵੀ ਉਹਨਾਂ ਦਾ ਫਿਰ ਇਹ ਰੋਮ ਰੋਮ ਦੇ ਵਿੱਚੋਂ ਵੀ ਸਿਮਰਨ ਚੱਲਦਾ, ਇੱਕ ਜੀਵ ਤੋਂ ਲੱਖਾਂ ਜੀਵਾਂ ਬਣ ਗਈ। ਫਿਰ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਜੇ ਸਾਡੇ ਅੰਦਰ ਵਸ ਜੇਗਾ, ਫਿਰ ਸਾਡੇ ਮਨ ਦੀ ਵੀ ਇਹ ਅਵਸਥਾ ਬਣ ਜਾਣੀ। ਹੁਣ ਵਸੇਗਾ ਫੇਰ ਹੀ ਜਦੋਂ ਅਸੀਂ ਵਾਰ-ਵਾਰ ਸਿਮਰਨ ਕਰਾਂਗੇ। ਆਹ ਹੁਣ ਜੋ ਮਹਾਰਾਜ ਸਾਨੂੰ ਕਹਿ ਰਹੇ ਵੀ ਬੋਲੋ, ਮੁਖ ਦੁਆਰਾ ਬੋਲੋ, ਗੁਰਸਿੱਖ ਹਰ ਬੋਲੋ ਮੇਰੇ ਭਾਈ, ਵੀ ਗੁਰਸਿੱਖੋ ਬੋਲੋ। ਜਦੋਂ ਅਸੀਂ ਬੋਲਾਂਗੇ ਤੇ ਸਾਡੇ ਮਨ ਤੋਂ ਇਹ ਵਿਚਾਰਾਂ ਦੀ ਮੈਲ ਲੱਥ ਜੇਗੀ। ਆਓ ਜੋ ਹੁਣ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾ ਸਿਮਰਨ ਅਭਿਆਸ ਦੱਸ ਰਹੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਆਏ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਵੀ ਆਪਾਂ ਅਭਿਆਸ ਕਰਦੇ ਹਾਂ ਇਹ ਆਪਣੀ ਮਨ ਵਾਸਤੇ ਕਮਾਈ ਹੈ। ਜਿੰਨੀ ਅਸੀਂ ਇਹ ਕਮਾਈ ਕਰਾਂਗੇ ਉਨਾ ਹੀ ਅਸੀਂ ਸੁਖੀ ਹੋ ਜਾਵਾਂਗੇ। ਇਹ ਹੁਣ ਆਪਣੇ 'ਤੇ ਮਨਸਰ ਹੈ ਵੀ ਅਸੀਂ ਕਿੰਨਾ ਕੁ ਸਿਮਰਨ ਕਰਦੇ, ਕਿੰਨੀ ਕੁ ਕਮਾਈ ਕਰਦੇ। ਹੁਣ ਵਾਹਿਗੁਰੂ ਆਪਣਾ ਸਾਰਿਆਂ ਦਾ ਮਾਤਾ ਪਿਤਾ ਹੈ, ਉਹੀਓ ਸਾਡੀ ਮਾਂ, ਉਹੀਓ ਸਾਡਾ ਪਿਤਾ ਹੈ, ਉਹੀਓ ਆਪਣੀ ਪ੍ਰਤ ਪਾਲਣਾ ਕਰਦਾ, ਉਹੀਓ ਸਾਡੀ ਪਾਲਣਾ ਪੋਸ਼ਣਾ ਕਰਦਾ। ਆਪਾਂ ਸਾਰੇ ਉਹਦੇ ਬੱਚੇ ਹਾਂ ਅਤੇ ਉਹੀਓ ਸਾਡੀ ਸਾਰ ਲੈਂਦਾ। ਮਹਾਰਾਜ ਤਾਂਹੀਓ ਫਰਮਾਉਂਦੇ ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਤ ਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਬਈ ਅਸੀਂ ਸਾਰੇ ਉਹ ਹਰੀ ਦੇ ਵਾਹਿਗੁਰੂ ਦੇ ਬੱਚੇ ਹਾਂ ਅਤੇ ਉਹੀਓ ਸਾਡੀ ਸਾਰ ਲੈਂਦਾ ਸਭਨਾਂ 'ਚ। ਹੁਣ ਆਪਾਂ ਨੂੰ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜਿਹਨੇ ਸਾਡੀ ਸਾਰ ਲੈਣੀ ਉਹਨੂੰ ਅਸੀਂ ਜਾਣਨਾ, ਉਹਦਾ ਅਸੀਂ ਸਿਮਰਨ ਕਰਨਾ, ਉਹਦੇ ਆਪਾਂ ਸਨਮੁਖ ਹੋਣਾ ਮਾਲਕ ਦੇ, ਉਹਦੀ ਆਪਾਂ ਪਹਿਚਾਣ ਕਰਨੀ ਵੀ ਜੋ ਸਾਡਾ ਮਾਤਾ ਪਿਤਾ ਉਹ ਕਿਹੋ ਜਿਹਾ। ਹੁਣ ਆਪਾਂ ਨੂੰ ਸਮਝਾਉਂਦੇ ਵੀ ਉਹ ਜੋਤ ਸਰੂਪ ਪ੍ਰਕਾਸ਼ ਰੂਪ ਹੈ ਅਤੇ ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈ। ਸਰਵ ਵਿਆਪਕ, ਜਰਰੇ ਜਰਰੇ ਵਿੱਚ ਉਹਦਾ ਹੀ ਪ੍ਰਕਾਸ਼। ਹੁਣ ਉਹ ਸਾਨੂੰ ਨਜ਼ਰ ਤਾਂ ਨਹੀਂ ਆਉਂਦਾ ਕਿਉਂਕਿ ਅਸੀਂ ਸੁੱਤੇ ਹੋਏ, ਸਾਡੇ ਇਹਨਾਂ ਨੇਤਰਾਂ ਦੇ ਉੱਤੇ ਇਹ ਕਾਲ ਨੇ ਜਾਲ ਪਾਇਆ ਹੋਇਆ, ਪਰਦਾ ਪਾਇਆ ਹੋਇਆ, ਤਾਂ ਕਰਕੇ ਸਾਨੂੰ ਸਾਹਮਣੇ ਹੁੰਦਾ ਪਰਮਾਤਮਾ ਵੀ ਦਿਸਦਾ। ਹੌਲੀ ਜਾਲ ਨੂੰ ਕੱਟਣ ਵਾਸਤੇ ਭਰਮ ਦਾ ਪਰਦਾ ਸਾਡਾ ਪਾਸੇ ਹੋ ਜਾਵੇ, ਉਹਦੇ ਵਾਸਤੇ ਆਪਾਂ ਵੱਧ ਤੋਂ ਵੱਧ ਹੁਣ ਸਿਮਰਨ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਸਹਿਜ ਦੇ ਨਾਲ ਨਾਲ ਵਿਚਾਰਨਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ। ਜਿੰਨੀ ਆਪਾਂ ਸੰਗਤ ਕਰਾਂਗੇ ਓਨਾ ਹੀ ਸਾਨੂੰ ਲਾਭ, ਓਨਾ ਹੀ ਸਾਨੂੰ ਲਾਹਾ ਹੈ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ। ਗੁਰਮੁਖ ਜਨਾਂ ਨੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਹਿਰਦੇ 'ਚ ਵੱਸ ਜੇ। ਇਹ ਆਪਾਂ ਵੀ ਮਨ ਨੂੰ ਗੁਰੂ ਦੀ ਮੱਤ ਗਿਆਨ ਦੇ ਕੇ ਇਹਨੂੰ ਘਰ ਲੈ ਚਲੀਏ। ਇਹ ਇੱਕ ਵਾਰੀ ਘਰ ਚਲਾ ਜਾਵੇ, ਘਰ ਦਾ ਸੁੱਖ ਆਨੰਦ ਲੈ ਲਵੇ, ਫਿਰ ਇਹਨੇ ਵਾਰ ਵਾਰ ਉਹੀਓ ਸੁੱਖ ਭਾਲਣਾ ਵੀ ਜਿਹੜਾ ਸੁੱਖ ਜਿਹੜਾ ਆਨੰਦ ਮੇਰੇ ਘਰ ਦੇ ਵਿੱਚ ਉਹੀਓ ਸੁੱਖ ਆਨੰਦ ਮੇਰਾ ਬਣੀ ਹੀ ਰਹੇ। ਫਿਰ ਇਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਸਿਮਰਨ ਕਰ ਜਾਂ ਸਤ ਸੰਗਤ ਕਰ, ਫਿਰ ਇਹ ਆਪਦੇ ਆਪ ਹੀ ਕਰਦਾ। ਇੱਕ ਵਾਰ ਜਦੋਂ ਇਹਨੇ ਘਰ ਦਾ ਸੁੱਖ ਲੈ ਲਿਆ, ਇਸ ਅਵਸਥਾ 'ਚ ਮਹਾਰਾਜ ਫਰਮਾਉਂਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਵੀ ਜਦੋਂ ਅਸੀਂ ਘਰ ਚਲੇ ਗਏ, ਘਰ ਦੇ ਵਿੱਚ ਤਾਂ ਸਾਡੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ।
ਜਦੋਂ ਘਰ ਤੋਂ ਬਾਹਰ ਆਵਾਂਗੇ ਫਿਰ ਉਹੀਓ ਸੁੱਖ ਭਾਲਾਂਗੇ ਤੇ ਫਿਰ ਗੁਰਮੰਤਰ ਨੂੰ ਦ੍ਰਿੜ ਕਰਾਂਗੇ। ਇਹ ਜੋ ਵਾਹਿਗੁਰੂ ਆਪਾਂ ਜਪਦੇ ਨੂੰ ਗੁਰਮੰਤਰ ਕਹਿੰਦੇ, ਫਿਰ ਆਪਦੇ ਆਪ ਹੀ ਇਹ ਗੁਰਮੰਤਰ ਨੂੰ ਦ੍ਰਿੜ ਕਰਦਾ ਰਹਿੰਦਾ। ਜਦੋਂ ਇਹ ਘਰ ਦਾ ਸੁੱਖ ਦੇਖ ਲੈਂਦਾ, ਇੱਕ ਵਾਰ ਘਰ ਜਾ ਆਉਂਦਾ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ ਵੀ ਇੱਕ ਵਾਰ ਮਨ ਨੂੰ ਸਿਮਰਨ ਕਰਕੇ ਗੁਰੂ ਦੀ ਮੱਤ ਗਿਆਨ ਦੇ ਕੇ ਇਹਨੂੰ ਆਪਾਂ ਇੱਕ ਵਾਰ ਘਰ ਲੈ ਚੱਲੀਏ। ਇੱਕ ਵਾਰ ਇਹ ਘਰ ਦਾ ਆਨੰਦ, ਘਰ ਦਾ ਸੁੱਖ ਲੈ ਲਵੇ, ਫਿਰ ਇੱਧਰ ਇਹ ਬਗਾਨੇ ਘਰ ਬਹੁਤਾ ਸਮਾਂ ਨਹੀਂ ਕੱਢਦਾ। ਫਿਰ ਇਹ ਵਾਰ-ਵਾਰ ਚਾਹੁੰਦਾ ਵੀ ਮੈਂ ਆਪਦੇ ਘਰ ਜਾਵਾਂ। ਫਿਰ ਇਹਨੂੰ ਭੇਦ ਖੁੱਲ੍ਹਦਾ ਵੀ ਇੱਧਰ ਦੁੱਖ ਹੈ, ਘਰ ਤੋਂ ਬਾਹਰ ਦੁੱਖ ਹੈ, ਮੇਰੇ ਘਰ ਦੇ ਵਿੱਚ ਹੀ ਸੁੱਖ ਹੈ। ਫਿਰ ਇਹ ਘਰ ਹੀ ਬੈਠਾ ਰਹਿੰਦਾ। ਇਸ ਵਾਸਤੇ ਹੁਣ ਕੋਸ਼ਿਸ਼ ਕਰਨੀ, ਇੱਕ ਵਾਰ ਅਸੀਂ ਆਪਣੇ ਮਨ ਨੂੰ ਘਰ ਲੈ ਕੇ ਜਾਣਾ ਅਤੇ ਘਰ ਦਾ ਸੁੱਖ ਆਨੰਦ ਦੇਣਾ। ਸੋ ਗੁਰਮੁਖ ਪਿਆਰਿਓ, ਇੰਨੀਆਂ ਹੀ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨਹੀਂ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।